ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਗੁਰਬਾਣੀ ਕੀਰਤਨ ਆਪ ਜੀ ਬੜੇ ਪਿਆਰ ਨਾਲ ਸ਼ਰਵਨ ਕਰ ਰਹੇ ਸੀ। ਭਾਈ ਸਾਹਿਬ ਆਪਾਂ ਨੂੰ ਸ਼ਰਵਨ ਕਰਵਾ ਰਹੇ ਸਨ। ਮੂਹ ਲਾਲਨ ਸਿਉ ਪ੍ਰੀਤ ਬਣੀ, ਮੇਰਾ ਪ੍ਰੇਮ ਵਾਹਿਗੁਰੂ ਜੀ ਦੇ ਨਾਲ ਬਣ ਗਿਆ ਹੈ। ਇਹ ਜਿਹੜੀ ਪ੍ਰੀਤ ਏ, ਜਿਹੜੀ ਪਰਮਾਤਮਾ ਨਾਲ ਬਣ ਗਈ ਏ, ਇਹ ਹੁਣ ਤੋਰੀ ਨਾ ਟੂਟੈ, ਛੋਰੀ ਨਾ ਛੂਟੈ। ਇਹ ਨਾ ਹੁਣ ਤੋੜਿਆਂ ਟੁੱਟ ਸਕਦੀ ਏ ਤੇ ਨਾ ਛੱਡਿਆਂ ਛੁੱਟ ਸਕਦੀ ਏ। ਇਹ ਇਸ ਤਰ੍ਹਾਂ ਦੀ ਵਿਥਿਆ ਕਿਉਂ ਬਣ ਗਈ ਕਿ ਹੁਣ ਇਹ ਤੋੜਿਆਂ ਵੀ ਨਹੀਂ ਟੁੱਟਦੀ ਏ ਪ੍ਰੀਤ, ਛੱਡਿਆਂ ਵੀ ਨਹੀਂ ਛੁੱਟਦੀ, ਕਿਉਂਕਿ ਐਸੀ ਮਾਧੋ ਖਿੰਚ ਤਣੀ। ਪਰਮਾਤਮਾ ਨੇ ਇੰਨੀ ਪੀੜੀ ਗੰਢ ਪਾ ਦਿੱਤੀ ਏ, ਇਹ ਹੁਣ ਨਹੀਂ ਖੁੱਲੇਗੀ। ਆਪਾਂ ਸਾਰੇ ਜਿੰਨੇ ਭੈਣ ਭਰਾ ਗੁਰੂ ਚਰਨਾਂ ਵਿੱਚ ਆ ਕੇ ਬੈਠਦੇ ਹਾਂ, ਕਿਤੇ ਨਾ ਕਿਤੇ ਆਪਣੇ ਮਨ ਵਿੱਚ ਪ੍ਰਭੂ ਦੇ ਪ੍ਰਤੀ ਪ੍ਰੇਮ ਜਾਂ ਪ੍ਰੀਤ ਬਣੀ ਹੋਈ ਹੈ। ਜਿਨ੍ਹਾਂ ਦੇ ਮਨ 'ਚ ਪ੍ਰੇਮ ਬਣ ਜਾਂਦਾ ਹੈ, ਉਹ ਸੱਤ ਵਲ ਪਾ ਕੇ ਵੀ ਗੁਰੂ ਚਰਨਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ। ਆਪਾਂ ਹੁਣ ਪ੍ਰੀਤ ਤੇ ਵਾਹਿਗੁਰੂ ਜੀ ਨਾਲ ਹੀ ਪਾਉਣੀ, ਇਹਦੇ 'ਤੇ ਕੋਈ ਦੂਸਰੀ ਰਾਏ ਨਹੀਂ। ਲੇਕਿਨ ਕਿਸੇ ਦੇ ਰਾਹੀਂ ਪੈਂਦੀ ਏ ਪ੍ਰੀਤ, ਆਪਣੇ ਆਪ ਸਿੱਧੀ ਨਹੀਂ ਬਣਦੀ। ਸਿੱਧੀ ਬਣਦੀ ਏ ਪਰ ਉਹ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦਾ ਪ੍ਰੇਮ ਸਿੱਧਾ ਹੀ ਰੱਬ ਨਾਲ ਬਣ ਜਾਂਦਾ ਹੈ। ਬਾਕੀ ਅਸੀਂ ਜਿੰਨੇ ਲੋਕ ਹਾਂ, ਆਮ ਕਰਕੇ ਸਾਡੀ ਪ੍ਰੀਤ ਕਿਸੇ ਦੀ ਰਾਹੀਂ ਬਣਦੀ ਏ, ਤੇ ਜਿਹਦੀ ਰਾਹੀਂ ਸਾਡੀ ਪ੍ਰੀਤ ਵਾਹਿਗੁਰੂ ਜੀ ਦੇ ਨਾਲ ਬਣਨੀ ਏ, ਉਹ ਹਨ ਧੰਨ ਗੁਰੂ ਨਾਨਕ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਆਪਾਂ ਮਨਾਉਣ ਲਈ ਯਤਨਸ਼ੀਲ ਹੋਏ ਹਾਂ। ਉਹਨਾਂ ਦੀ ਯਾਦ ਵਿੱਚ ਆਪਾਂ ਹਰ ਵਕਤ ਜੁੜਨਾ ਹੈ, ਹਰ ਪਲ ਹਰ ਘੜੀ ਜੁੜਨਾ ਹੈ। ਉਹਨਾਂ ਦੀ ਯਾਦ ਕਦੀ ਸਾਨੂੰ ਭੁੱਲੇ ਨਾ, ਤੇ ਉਹਨਾਂ ਦੀ ਇਹ ਮਿੱਠੀ ਤੇ ਪਿਆਰੀ ਯਾਦ ਸਾਨੂੰ ਪਰਮਾਤਮਾ ਦੇ ਨਾਲ ਜੋੜੇਗੀ। ਕਿਉਂਕਿ ਅਸੀਂ ਜਦੋਂ ਵੀ ਗੁਰੂ ਨਾਨਕ ਸਾਹਿਬ ਕੋਲ ਆਵਾਂਗੇ, ਉਹ ਸਾਨੂੰ ਹਰ ਵਕਤ ਇਹੋ ਹੀ ਗੱਲ ਆਖਣਗੇ ਕਿ ਰੱਬ ਦਾ ਨਾਮ ਸਿਮਰੋ, ਪਰਮਾਤਮਾ ਨੂੰ ਚੇਤੇ ਕਰੋ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਜਦੋਂ ਸਾਨੂੰ ਬਾਰ-ਬਾਰ ਇਹ ਗੱਲ ਆਖਣਗੇ, ਤੇ ਸਾਡਾ ਵੀ ਫਿਰ ਮਨ ਕਰੇਗਾ ਕਿ ਜਿਸ ਪਰਮਾਤਮਾ ਨੂੰ ਗੁਰੂ ਨਾਨਕ ਸਾਹਿਬ ਆਪ ਪਿਆਰ ਕਰਦੇ ਨੇ, ਅਸੀਂ ਵੀ ਉਸ ਪਰਮਾਤਮਾ ਨੂੰ ਪਿਆਰ ਕਰੀਏ। ਸੋ ਆਓ ਆਪਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੁੜਨ ਦਾ ਉਪਰਾਲਾ ਕੀਤਾ ਹੋਇਆ ਹੈ, ਉਸੇ ਲੜੀ ਦੇ ਤਹਿਤ ਆਪਾਂ ਸ਼ੁੱਕਰਵਾਰ ਸ਼ੁਰੂ ਕੀਤਾ ਸੀ ਇਹ ਟੌਪਿਕ ਕਿ ਗੁਰੂ ਵਿਚਾਰਧਾਰਾ ਵਿੱਚ ਇੱਕ ਇਕਾਈ ਦਾ ਸਿਧਾਂਤ ਕੀ ਹੈ। ਇਸੇ ਨੂੰ ਹੀ ਆਪਾਂ ਹੋਰ ਥੋੜਾ ਅੱਗੇ ਸਮਝਣਾ ਹੈ
ਤੇ ਆਪਾਂ ਸ਼ੁੱਕਰਵਾਰ ਨੂੰ ਜਦੋਂ ਅਖੀਰ ਤੇ ਗੱਲ ਆਪਣੀ ਪਹੁੰਚੀ ਸੀ ਤੇ ਇਸ ਥਾਂ ਤੇ ਆਪਾਂ ਗੱਲ ਛੱਡੀ ਸੀ ਕਿ ਅਸੀਂ ਪਿਆਰ ਤੇ ਗੁਰੂ ਨਾਲ ਕਰਨਾ ਹੈ, ਪਿਆਰ ਤੇ ਵਾਹਿਗੁਰੂ ਜੀ ਦੇ ਨਾਲ ਕਰਨਾ ਹੈ, ਪਰ ਉਹਦੀ ਸ਼ੁਰੂਆਤ ਕਿਸੇ ਹੋਰ ਜਗ੍ਹਾ ਤੋਂ ਹੋਣੀ ਹੈ। ਉਹ ਸ਼ੁਰੂਆਤ ਹੋਣੀ ਅਸੀਂ ਸਭਨਾਂ ਨਾਲ ਪਿਆਰ ਕਰੀਏ, ਤੇ ਸਭਨਾਂ ਨਾਲ ਪਿਆਰ ਕਰਨ ਤੋਂ ਪਹਿਲਾਂ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪੇ ਨਾਲ ਪਿਆਰ ਕਰੀਏ, ਆਪ ਨਾਲ ਪਿਆਰ ਕਰੀਏ। ਤੇ ਇੱਕ ਸਵਾਲ ਆਇਆ ਸੀ ਕਿ ਅਸੀਂ ਆਪਣੇ ਆਪੇ ਨਾਲ ਪਿਆਰ ਕਿਵੇਂ ਕਰੀਏ, ਆਪਣੇ ਸਰੀਰ ਨਾਲ ਪਿਆਰ ਕਿਵੇਂ ਕਰੀਏ। ਸੋ ਇਸ ਸਵਾਲ ਤੇ ਆਪਾਂ ਅਖੀਰ ਤੇ ਜਾ ਕੇ ਵਿਚਾਰ ਕਰਾਂਗੇ ਔਰ ਗੁਰਬਾਣੀ ਰਾਹੀਂ ਕਰਾਂਗੇ। ਆਪਣੀਆਂ ਗੱਲਾਂ ਤੇ ਆਪਾਂ ਬਹੁਤ ਕਰਦੇ ਹੀ ਰਹਿੰਦੇ ਹਾਂ, ਗੁਰਬਾਣੀ ਵਿਚਾਰਨ ਦਾ ਹੀ ਤੇ ਸਾਡੇ ਕੋਲ ਸਮਾਂ ਹੁੰਦਾ ਹੈ, ਤੇ ਇਹਦੇ ਵਿੱਚ ਫਿਰ ਆਪਣੀਆਂ ਗੱਲਾਂ ਛੱਡ ਕੇ ਆਪਾਂ ਗੁਰੂ ਦੀਆਂ ਗੱਲਾਂ ਕਰਿਆ ਕਰੀਏ। ਗੁਰੂ ਦੇ ਬਚਨ ਸਾਨੂੰ ਪ੍ਰਭੂ ਨਾਲ ਜੋੜਨਗੇ। ਸੋ ਆਪਾਂ ਇਸ ਤੇ ਫਿਰ ਬਾਅਦ ਵਿੱਚ ਵਿਚਾਰ ਕਰਦੇ ਹਾਂ। ਇਸ ਸਵਾਲ ਉੱਤੇ ਆਪਣੀ ਵਿਚਾਰ ਚੱਲ ਰਹੀ ਸੀ ਕਿ ਮਾਟੀ ਏਕ ਸਗਲ ਸੰਸਾਰਾ, ਬਹੁ ਬਿਧ ਭਾਂਡੇ ਘੜੈ ਕੁਮਾਰਾ। ਅਸੀਂ ਜਿੰਨੇ ਜੀਵ ਜੰਤੂ ਹਾਂ ਸਾਰੇ ਪਰਮਾਤਮਾ ਵੱਲੋਂ ਪੈਦਾ ਕੀਤੇ ਗਏ ਹਾਂ, ਤੇ ਜਿੰਨੇ ਵੀ ਅਸੀਂ ਸਰੀਰ ਹਾਂ ਸਾਨੂੰ ਸਭਨਾਂ ਨੂੰ 5 ਤੱਤ ਲੱਗੇ ਹੋਏ ਨੇ: ਮਿੱਟੀ, ਪਾਣੀ, ਹਵਾ, ਅਗਨੀ ਤੇ ਆਕਾਸ਼। ਅਸੀਂ ਸਾਰੇ ਸਰੀਰ ਇਹਨਾਂ 5 ਤੱਤਾਂ ਤੋਂ ਹੀ ਨਿਰਮਿਤ ਹੋਏ ਹਾਂ। ਇਹ 5 ਤੱਤ ਵੀ ਸਾਡੇ ਆਪਣੇ ਆਪ ਵਿੱਚ ਸਾਨੂੰ ਇੱਕ ਇਕਾਈ ਸਾਬਤ ਕਰਦੇ ਨੇ। ਗੁਰੂ ਨਾਨਕ ਸਾਹਿਬ ਇਸੇ ਇਕਾਈ ਦੀ ਗੱਲ ਕਰਦੇ ਨੇ ਕਿ ਰੱਬ ਤਾਂ ਇੱਕ ਹੈ ਹੀ ਏ, ਪਰ ਅਸੀਂ ਸਾਰੇ ਜੀਵ ਜੰਤੂ ਵੀ ਉਸ ਤੋਂ ਵੱਖਰੇ ਨਹੀਂ ਹਾਂ। ਅਸੀਂ ਉਹਦੇ ਵਿੱਚ ਹਾਂ, ਉਹ ਸਾਡੇ ਵਿੱਚ ਹੈ। ਸੋ ਇਸ ਤਰ੍ਹਾਂ ਇਹ ਸਾਰੀ ਇੱਕ ਇਕਾਈ ਬਣਦੀ ਏ। ਸੋ ਜਿੱਥੇ ਸਾਡੇ ਸਾਰਿਆਂ ਦੇ ਸਰੀਰ 5 ਤੱਤਾਂ ਦੇ ਬਣੇ ਨੇ, ਉੱਥੇ ਸਾਡੇ ਸਭਨਾਂ ਦੇ ਅੰਦਰ ਪਰਮੇਸ਼ਵਰ ਦੀ ਇੱਕੋ ਹੀ ਜੋਤ ਸਮਾਈ ਹੋਈ ਹੈ। ਆਪਾਂ ਪਿਛਲੀ ਵਾਰੀ ਪ੍ਰਮਾਣ ਲਿਆ ਸੀ ਗੁਰੂ ਕੀ ਪਵਿੱਤਰ ਬਾਣੀ ਵਿੱਚੋਂ ਕਿ ਉਹਨਾਂ ਨੇ ਸਾਨੂੰ ਸਮਝਾਇਆ ਸੀ, ਹਜ਼ਾਰਾਂ ਘੜੇ ਪਾਣੀ ਨਾਲ ਭਰ ਕੇ ਰੱਖੇ ਹੋਣ, ਆਕਾਸ਼ ਵਿੱਚ ਇੱਕ ਹੀ ਚੰਦਰਮਾ ਹੁੰਦਾ ਹੈ, ਤੇ ਉਹ ਸਾਰਿਆਂ ਘੜਿਆਂ ਵਿੱਚ ਉਸ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਨਜ਼ਰ ਆਉਂਦਾ ਹੈ, ਤੇ ਵੇਖਣ ਵਾਲੇ ਨੂੰ ਲੱਗਦਾ ਹੈ ਕਿ ਇੰਨੇ ਘੜੇ ਨੇ ਤੇ ਇਹਨਾਂ ਵਿੱਚ ਇੰਨੇ ਹੀ ਚੰਦਰਮਾ ਨੇ, ਪਰ ਚੰਦਰਮਾ ਇੰਨੇ ਨਹੀਂ ਹੁੰਦੇ, ਉਹ ਇੱਕ ਹੀ ਹੁੰਦਾ ਹੈ। ਜਿਸ ਤਰ੍ਹਾਂ ਉਹ ਘੜਿਆਂ ਦੇ ਕਾਰਨ ਸਾਨੂੰ ਇੱਕ ਚੰਦਰਮਾ ਦੇ ਬਹੁਤ ਸਾਰੇ ਰੂਪ ਨਜ਼ਰ ਆਉਂਦੇ ਨੇ, ਬਹੁਤ ਸਾਰੇ ਚੰਦਰਮਾ ਹੀ ਨਜ਼ਰ ਆਉਂਦੇ ਨੇ ਹਰ ਘੜੇ ਵਿੱਚੋਂ। ਇਸੇ ਤਰ੍ਹਾਂ ਇਹ ਸਾਡਾ ਸਰੀਰ ਘੜਿਆਂ ਦੀ ਤਰ੍ਹਾਂ ਹੈ, ਸਾਡੇ ਸਭਨਾਂ ਦੇ ਸਰੀਰ ਜਿਨ੍ਹਾਂ ਵਿੱਚ ਇੱਕੋ ਹੀ ਪ੍ਰਭੂ ਦੀ ਜੋਤ ਹੈ, ਤੇ ਉਹ ਸਾਨੂੰ ਵੱਖ-ਵੱਖ ਮਹਿਸੂਸ ਹੋ ਰਹੀ ਹੈ ਇੱਕ ਹੀ ਚੰਦਰਮਾ, ਇੱਕ ਹੀ ਹੈ, ਘੜੇ ਅਨੇਕ ਨੇ ਤੇ ਘੜਿਆਂ ਵਿੱਚ ਉਹਦਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ। ਵਾਹਿਗੁਰੂ ਜੀ ਇੱਕ ਹੀ ਹੈ, ਸਰੀਰ ਅਨੇਕ ਨੇ ਤੇ ਅਨੇਕਾਂ ਸਰੀਰਾਂ ਵਿੱਚੋਂ ਉਸ ਪ੍ਰਭੂ ਜੀ ਦਾ ਪ੍ਰਤੀਬਿੰਬ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ ਹੈ। ਗੁਰੂ ਨਾਨਕ ਸਾਹਿਬ ਜਦੋਂ ਇਸ ਇੱਕ ਇਕਾਈ ਦਾ ਖਿਆਲ ਸਾਡੇ ਸਾਹਮਣੇ ਰੱਖਦੇ ਨੇ ਤੇ ਉਹ ਫਰਮਾਉਂਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਉਸ ਪਰਮਾਤਮਾ ਨੇ ਆਪਾਂ ਨੂੰ ਨਹੀਂ ਪਤਾ ਕਿਵੇਂ, ਲੇਕਿਨ ਆਪਣੇ ਆਪ ਨੂੰ ਆਪ ਹੀ ਸਾਜਿਆ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸਹਿਭੰਗ ਆਖਿਆ। ਇਹ ਸਹਿਭੰਗ ਸੰਸਕ੍ਰਿਤ ਦੇ ਸੁਵੈਂ ਭੂ ਤੋਂ ਆਇਆ ਹੋਇਆ ਸ਼ਬਦ ਹੈ,
ਜਿਸ ਦਾ ਮਤਲਬ ਹੈ ਆਪਣੇ ਆਪ ਤੋਂ ਪ੍ਰਕਾਸ਼ਿਤ ਹੋਣਾ। ਪਰਮਾਤਮਾ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੋਇਆ ਹੈ। ਆਪੀ ਨੇ ਰਚਿਓ ਨਾਉ, ਅਤੇ ਇਹ ਨਾਮਣਾ, ਇਹ ਬਜ਼ੁਰਗੀ, ਇਹ ਵਡਿਆਈ, ਇੰਨਾ ਵੱਡਾ ਇਹ ਸਾਰਾ ਜੋ ਬ੍ਰਹਿਮੰਡੀ ਰਚਨਾ ਆਪਾਂ ਵੇਖਦੇ ਹਾਂ, ਇਹ ਸਾਰੀ ਉਹਦੀ ਵਡਿਆਈ ਏ। ਇਹ ਵੀ ਉਸਨੇ ਆਪ ਹੀ ਰਚੀ ਏ। ਕੁਦਰਤ ਦੇ ਵਿੱਚ ਦੋਈ ਕੁਦਰਤ ਸਾਜੀ ਹੈ। ਇਹ ਦੂਸਰੀ ਕੁਦਰਤ ਉਸ ਵਾਹਿਗੁਰੂ ਜੀ ਨੇ ਆਪ ਇਹਦੀ ਸਿਰਜਣਾ ਕੀਤੀ, ਤੇ ਇਸ ਦੀ ਸਿਰਜਣਾ ਕਰਕੇ ਉਹ ਇਸ ਤੋਂ ਵੱਖਰਾ ਨਹੀਂ ਹੋਇਆ। ਇਸੇ ਲਈ ਗੁਰੂ ਨਾਨਕ ਸਾਹਿਬ ਆਖਦੇ ਨੇ ਕਿ ਅਸੀਂ ਸਭ ਇੱਕ ਹੀ ਹਾਂ। ਕਿਸੇ ਕਾਰਨ, ਕਿਸੇ ਸੰਸੇ ਦੇ ਕਾਰਨ ਅਸੀਂ ਇੱਕ ਦੂਜੇ ਨੂੰ ਵੱਖਰਾ ਵੱਖਰਾ ਸਮਝ ਰਹੇ ਹਾਂ। ਉਂਝ ਅਸੀਂ ਵੱਖਰੇ ਨਹੀਂ ਹਾਂ, ਕਿਉਂਕਿ ਘਰ ਆਸਨ ਡਿੱਠੋ ਚਾਓ। ਇਹ ਜਿਹੜਾ ਤਮਾਸ਼ਾ, ਇਹ ਜਿਹੜੀ ਖੇਲ, ਇਹ ਜਿਹੜੀ ਰਚਨਾ ਉਸ ਮਾਲਕ ਨੇ ਰਚੀ, ਉਹਦੇ ਵਿੱਚ ਉਹ ਆਪ ਬਿਰਾਜਮਾਨ ਹੈ, ਇਸ ਤੋਂ ਵੱਖਰਾ ਨਹੀਂ। ਇਸ ਨਾਤੇ ਅਸੀਂ ਸਾਰੇ ਇੱਕ ਹਾਂ। ਸਾਡੇ ਵਿੱਚ ਕੋਈ ਭਿੰਨ ਭੇਦ ਨਹੀਂ ਕਿਸੇ ਪ੍ਰਕਾਰ ਦਾ ਵੀ। ਬੜੀ ਪੁਰਾਣੀ ਜੀ ਗੱਲ, ਇੱਕ ਵਾਰੀ ਇੱਥੇ ਸਾਰਿਆਂ ਧਰਮਾਂ ਦਾ ਇੱਕ ਸੰਮੇਲਨ ਹੋਇਆ, ਉਹਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ, ਤੇ 5 ਕੁ ਮਿੰਟ ਉਹਦੇ ਵਿੱਚ ਮੇਰਾ ਸਮਾਂ ਵੀ ਸੀ। ਤੇ ਉਸ ਸੰਮੇਲਨ ਵਿੱਚ ਜਿਹੜਾ ਟੌਪਿਕ ਦਿੱਤਾ ਗਿਆ ਸੀ, ਉਹ ਇਹ ਸੀ ਕਿ ਵੱਖ-ਵੱਖ ਧਰਮਾਂ ਵਿੱਚ ਫਰਕ ਕੀ ਨੇ। ਇਸਲਾਮ ਵਿੱਚ, ਸਿੱਖ ਧਰਮ ਵਿੱਚ, ਹਿੰਦੂ ਧਰਮ ਵਿੱਚ, ਜੈਨ ਧਰਮ ਵਿੱਚ, ਬੁੱਧ ਧਰਮ ਵਿੱਚ, ਈਸਾਈ ਧਰਮ ਵਿੱਚ ਫਰਕ ਕੀ ਨੇ। ਇਹ ਸੀ ਉਸ ਸਭਾ ਦਾ ਟੌਪਿਕ ਜਿਹੜਾ ਸੀ। ਮੈਂ ਆਪਣੀ ਵਾਰੀ ਵਿੱਚ ਗੱਲ ਕਰਦਿਆਂ ਇਹ ਬਚਨ ਆਖਿਆ ਸੀ ਕਿ ਅਸੀਂ ਮਨੁੱਖਤਾ ਵਿੱਚੋਂ ਡਿਫਰੈਂਸਿਸ ਲੱਭ ਰਹੇ ਹਾਂ, ਵੱਖਰਾਪਣ ਲੱਭ ਰਹੇ ਹਾਂ ਕਿ ਸਾਡੇ ਵਿੱਚ ਵੱਖਰਾਪਣ ਕੀ ਏ। ਅਸੀਂ ਜਿੱਥੇ ਅੱਗੇ ਇਹ ਲੋਕ ਪਹਿਲਾਂ ਹੀ ਬਹੁਤ ਭਾਗਾਂ ਵਿੱਚ ਵੰਡੇ ਜਾ ਚੁੱਕੇ ਨੇ, ਅਸੀਂ ਇਹੋ ਜਿਹੇ ਟੌਪਿਕ ਸਾਹਮਣੇ ਲਿਆ ਕੇ ਹੋਰ ਇਹਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਨਾਂ ਨੂੰ ਹੋਰ ਪੱਕਿਆਂ ਕਰ ਰਹੇ ਹਾਂ ਕਿ ਤੁਸੀਂ ਮੁਸਲਮਾਨ ਹੋ, ਤੁਸੀਂ ਸਿੱਖਾਂ ਵਰਗੇ ਨਹੀਂ ਹੋ, ਤੁਸੀਂ ਹਿੰਦੂ ਜੇ, ਤੁਹਾਡੇ ਵਿੱਚ ਤੇ ਮੁਸਲਮਾਨਾਂ ਵਿੱਚ ਇਹ ਫਰਕ ਨੇ। ਅਸੀਂ ਇਹਨਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ, ਇਹਨਾਂ ਦੇ ਇਸ ਵੱਖਰੇਵੇਂ ਨੂੰ। ਕਿੰਨਾ ਚੰਗਾ ਹੋਵੇ ਜੇ ਅਸੀਂ ਇਹਨਾਂ ਸਾਰਿਆਂ ਵਿੱਚੋਂ ਸਿਮਿਲੈਰਿਟੀਜ਼ ਕੀ ਨੇ, ਇੱਕੋ ਜਿਹਾ ਕੀ ਅਸੀਂ ਉਹ ਲੱਭੀਏ। ਜਦੋਂ ਅਸੀਂ ਉਹ ਲੱਭਾਂਗੇ ਤੇ ਅਸੀਂ ਪਾਵਾਂਗੇ ਸਾਡੇ ਵਿੱਚ ਫਰਕ ਹੈ ਹੀ ਨਹੀਂ। ਮੁਸਲਮਾਨ, ਸਿੱਖ, ਈਸਾਈ, ਹਿੰਦੂ, ਜੈਨ, ਬੁੱਧ, ਕੋਈ ਵੀ ਦੁਨੀਆ ਦਾ ਆਦਮੀ, ਕਿਸੇ ਧਰਮ ਦਾ ਆਦਮੀ, ਬੱਚਾ ਜਦੋਂ ਪੈਦਾ ਹੁੰਦਾ ਹੈ, ਕੋਈ ਫਰਕ ਹੁੰਦਾ ਹੈ। ਕਿਸੇ ਦੇ ਆਉਣ ਦਾ ਕੋਈ ਰਸਤਾ ਵੱਖਰਾ ਹੈ, ਕਿਸੇ ਦੇ ਸਰੀਰ ਦੇ ਨਿਰਮਿਤ ਹੋਣ ਦਾ ਕੋਈ ਢੰਗ ਵੱਖਰਾ ਹੈ। ਜਦੋਂ ਬੱਚਾ ਪੈਦਾ ਹੁੰਦਾ, ਸਾਰੀ ਦੁਨੀਆ ਦੇ ਬੱਚੇ ਇੱਕ ਆਵਾਜ਼ ਕਰਦੇ ਨੇ, ਉਸ ਨੂੰ ਰੋਣ ਦੀ ਆਵਾਜ਼ ਆਖਦੇ ਨੇ। ਕੀ ਉਹ ਵੱਖਰੀ ਹੈ ਕਿਸੇ ਦੀ? ਕੀ ਕੋਈ ਅਸੀਂ ਵੱਖ-ਵੱਖ ਜਾਤੀਆਂ ਦੇ ਲੋਕ ਕੋਈ ਸਵਾਸ ਜਦੋਂ ਲੈਂਦੇ ਹਾਂ, ਕੋਈ ਹਵਾ ਵੱਖਰੀ ਖਿੱਚਦੇ ਹਾਂ? ਸਾਡਾ ਹੱਸਣ ਦਾ ਢੰਗ, ਸਾਡੀਆਂ ਖੁਸ਼ੀਆਂ, ਸਾਡੀਆਂ ਗਮੀਆਂ, ਸਾਡਾ ਜੰਮਣਾ, ਸਾਡਾ ਮਰਨਾ, ਸਭ ਕੁਝ ਇੱਕੋ ਜਿਹਾ ਤੇ ਹੈ। ਫਰਕ ਕਿੱਥੇ ਆ? ਫਰਕ ਹੈ ਹੀ ਨਹੀਂ। ਇਹ ਫਰਕ ਅਸਾਂ ਲੋਕਾਂ ਨੇ ਬਣਾ ਲਏ ਨੇ। ਇਸ ਲਈ ਗੁਰੂ ਨਾਨਕ ਸਾਹਿਬ ਆਖਦੇ ਨੇ, ਅਸੀਂ ਸਭ ਇੱਕ ਹਾਂ, ਦੂਸਰਾ ਕੋਈ ਹੈ ਹੀ ਨਹੀਂ। ਸੋ ਮੈਂ ਇੱਕ ਵਿਚਾਰ ਤੁਹਾਡੇ ਨਾਲ ਨਾ, 2 ਵਿਦਵਾਨਾਂ ਦੇ ਛੋਟੇ ਵਿਚਾਰ ਨੇ, ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਇਸ ਇੱਕ ਇਕਾਈ ਦੇ ਸੰਬੰਧ ਵਿੱਚ। ਇਹ ਰਸਲ ਐਂਥਨੀ ਦੇ ਵਿਚਾਰ ਨੇ, ਉਹਨਾਂ ਦੀ ਇੱਕ ਅੰਗਰੇਜ਼ੀ ਦੀ ਕਿਤਾਬ ਹੈ, ਉਹਦੇ ਵਿੱਚੋਂ ਇਹ ਮੈਂ ਲਏ ਨੇ। ਉਹਦਾ ਪੰਜਾਬੀ ਜਿਹੜਾ ਲੱਥਾ ਹੈ ਉਹ ਇਸ ਤਰ੍ਹਾਂ ਹੈ, ਬ੍ਰਹਿਮੰਡ ਵਿੱਚ ਕਦੇ ਵੀ ਕੁਝ ਗੁਆਚਦਾ ਜਾਂ ਪ੍ਰਾਪਤ ਨਹੀਂ ਹੁੰਦਾ। ਇਹ ਸਮੁੱਚੇ ਬ੍ਰਹਿਮੰਡ ਦੇ ਅੰਦਰ
ਗੁਰੂ ਸਾਹਿਬ ਨੇ ਆਖਿਆ ਜੋ ਕਿਛ ਪਾਇਆ ਸੋ ਏਕਾ ਵਾਰ। ਨਾ ਇਹਦੇ ਵਿੱਚੋਂ ਕੁਝ ਕੱਢਿਆ ਜਾ ਸਕਦਾ ਹੈ, ਨਾ ਇਹਦੇ ਵਿੱਚ ਕੁਝ ਪਾਇਆ ਜਾ ਸਕਦਾ ਹੈ। ਇਹ ਜੋ ਹੈ ਸੋ ਹੈ, ਬਲਕਿ ਊਰਜਾ ਤੇ ਪਦਾਰਥ ਦਾ ਖੇਤਰ ਨਿਰੰਤਰ ਵਹਾਅ ਦੀ ਸਥਿਤੀ ਵਿੱਚ ਚੱਲਦਾ ਰਹਿੰਦਾ ਹੈ। ਜਿਸ ਨੂੰ ਤੁਸੀਂ એનર્ਜੀ ਆਖਦੇ ਹੋ, ਉਸ ਨੂੰ ਅਸੀਂ ਪਰਮਾਤਮਾ ਦਾ ਨਾਂ ਦੇ ਲੈਂਦੇ ਹਾਂ। ਫਰਕ ਕੋਈ ਵੀ ਨਹੀਂ। ਇੱਕ ਦਿਨ ਇੱਕ ਸੱਜਣ ਕਹਿੰਦੇ ਸੀ ਧਰਮ ਤੇ ਸਾਇੰਸ ਵਿੱਚ ਬਹੁਤ ਵੱਡਾ ਫਰਕ ਹੈ। ਮੈਂ ਕਿਹਾ ਤੇਰੀ ਸਮਝ ਦਾ ਹੀ ਫਰਕ ਹੈ। ਧਰਮ ਵਿੱਚ ਤੇ ਸਾਇੰਸ ਵਿੱਚ ਇੱਕ ਜਰਾ ਜਿੰਨਾ ਵੀ ਫਰਕ ਨਹੀਂ, ਅਸੀਂ ਲੋਕਾਂ ਨੇ ਇਹ ਫਰਕ ਪਾਏ ਨੇ। ਜਿੱਦਣ ਅਸੀਂ ਇਹਨਾਂ ਗੱਲਾਂ ਨੂੰ ਸਮਝ ਕੇ ਸਾਡੇ ਸਾਰੇ ਫਰਕ ਮਿਟ ਜਾਣੇ ਨੇ, ਔਰ ਜਿਹੜਾ ਸਮਝੇਗਾ ਕਮ ਸੇ ਕਮ ਉਹਦੇ ਤਾਂ ਮਿਟ ਹੀ ਜਾਣਗੇ। ਧਰਮ ਵਿੱਚ ਸਾਇੰਸ ਵਿੱਚ ਬਿਲਕੁਲ ਕੋਈ ਫਰਕ ਨਹੀਂ। ਧਰਮ ਕਿਸੇ ਗੁਪਤ ਚੀਜ਼ ਨੂੰ ਗੁਪਤ ਰੂਪ ਵਿੱਚ ਪ੍ਰਗਟ ਕਰਦਾ ਹੈ, ਜਦੋਂ ਕਿ ਸਾਇੰਸ ਉਸ ਨੂੰ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਲਿਆਉਂਦੀ ਹੈ। ਫਰਕ ਕੁਝ ਵੀ ਨਹੀਂ। ਇਹ ਜਿਹੜਾ ਪਦਾਰਥ ਹੈ, ਜਿਹੜੀ ਊਰਜਾ ਹੈ, ਇਹ ਲਗਾਤਾਰ ਇੱਕ ਵਹਾਅ ਵਿੱਚ ਚੱਲਦੀ ਰਹਿੰਦੀ ਹੈ, ਚਾਹੇ ਫੈਲਦੀ ਰਵੇ ਤੇ ਚਾਹੇ ਸੁੰਗੜਦੀ ਰਵੇ। ਅੱਗੇ ਉਹਨਾਂ ਨੇ ਆਖਿਆ ਅਸੀਂ ਸਾਰੇ ਇੱਕ ਵੱਡੇ ਊਰਜਾ ਵਾਲੇ ਜੀਵ ਦਾ ਹਿੱਸਾ ਹਾਂ। ਇਹ ਵੱਡੀ ਊਰਜਾ ਵਾਲਾ ਕੌਣ ਹੈ? ਹੋਰ ਕੋਈ ਨਹੀਂ, ਇੱਕ ਪਰਮਾਤਮਾ ਹੈ, ਜਿਸ ਨੂੰ ਅਸੀਂ ਪਰਮਾਤਮਾ ਆਖਦੇ ਹਾਂ। ਇਹ ਵੀ ਦੋ ਸ਼ਬਦਾਂ ਦੇ ਸੁਮੇਲ ਤੋਂ ਸ਼ਬਦ ਇੱਕ ਬਣਿਆ ਹੈ, ਜਿਹਦਾ ਅਰਥ ਹੁੰਦਾ ਹੈ ਪਰਮ ਜਮਾ ਆਤਮਾ। ਪਰਮ ਮੈਨੇ ਹੁੰਦਾ ਹੈ ਵੱਡਾ। ਆਤਮਾ ਸਾਡੇ ਸਭਨਾਂ ਵਿੱਚ ਹੈ, ਲੇਕਿਨ ਇਹ ਸਾਡੇ ਸਭਨਾਂ ਵਿੱਚ ਜਿਹੜੀ ਆਤਮਾ, ਇਹਦਾ ਇੱਕ ਸੋਰਸ ਹੈ, ਇਹਦਾ ਇੱਕ ਸੋਮਾ ਹੈ। ਉਸ ਨੂੰ ਅਸੀਂ ਪਰਮ ਆਤਮਾ ਆਖਦੇ ਹਾਂ, ਮਹਾਨ ਆਤਮਾ, ਵੱਡੀ ਆਤਮਾ। ਜਿਵੇਂ ਸਾਡੇ ਕੋਲ ਆ ਬਿਜਲੀ ਆਈ ਹੈ ਨਾ ਜੀ, ਕਿੰਨੇ ਬਲਬ ਚੱਲ ਰਹੇ ਨੇ, ਪੱਖੇ ਚੱਲਦੇ ਨੇ, ਏਸੀ ਚੱਲਦੇ ਨੇ, ਹੀਟਰ ਚੱਲਦੇ ਨੇ। ਇਹ ਚੱਲਦੇ ਸਾਰੇ ਇੱਕੋ ਹੀ ਬਿਜਲੀ ਨਾਲ ਨੇ, ਲੇਕਿਨ ਇਹ ਬਿਜਲੀ ਕਿਤੋਂ ਆਉਂਦੀ, ਜਿੱਥੋਂ ਆਉਂਦੀ ਉਸ ਨੂੰ ਅਸੀਂ ਪਾਵਰ ਹਾਊਸ ਆਖਦੇ ਹਾਂ। ਇਹ ਸਾਰੀਆਂ ਆਤਮਾਵਾਂ ਬਿਜਲੀ ਦੀ ਤਰ੍ਹਾਂ ਸਾਡੇ ਸਰੀਰ ਵਿੱਚ ਨੇ। ਵੱਖਰੇ ਵੱਖਰੇ ਸਰੀਰਾਂ ਦੀਆਂ ਸ਼ੇਪਸ ਨੇ, ਆਕਾਰ ਨੇ, ਤੇ ਵੱਖਰੇ ਵੱਖਰੇ ਇਹਨਾਂ ਤੋਂ ਕੰਮ ਲਏ ਜਾਂਦੇ ਨੇ। ਜਿਵੇਂ ਬਿਜਲੀ ਇੱਕੋ ਜਗ੍ਹਾ ਤੋਂ ਆ ਕੇ ਵੱਖ-ਵੱਖ ਇਹਨਾਂ ਆਕਾਰਾਂ ਵਿੱਚੋਂ ਦੀ ਹੁੰਦੀ ਵੱਖਰੇ ਵੱਖਰੇ ਕਰਮ ਕਮਾਉਂਦੀ ਸਾਨੂੰ ਭਾਸਦੀ ਏ, ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਇੱਕ ਪਾਵਰ ਹਾਊਸ ਹੈ, ਜਿੱਥੋਂ ਇਹ ਆਤਮਾ ਰੂਪ ਸ਼ਕਤੀ, ਐਨਰਜੀ, ਊਰਜਾ ਜਿਹਨੂੰ ਅਸੀਂ ਕਹਿ ਰਹੇ ਹਾਂ, ਇਹ ਆਉਂਦੀ ਏ ਤੇ ਵੱਖ-ਵੱਖ ਸਰੀਰਾਂ ਵਿੱਚ ਵੱਖ-ਵੱਖ ਕੰਮ ਕਰਦੀ ਸਾਨੂੰ ਮਹਿਸੂਸ ਹੁੰਦੀ ਏ। ਆ ਇੱਕੋ ਹੀ ਥਾਂ ਤੋਂ ਰਹੀ ਏ ਤੇ ਹੈ ਵੀ ਇੱਕ ਹੀ। ਉਹ ਜਿਹੜੀ ਊਰਜਾ ਏ, ਜਿਸ ਦੇ ਅਸੀਂ ਸਾਰੇ ਇੱਕ ਇੱਕ ਹਿੱਸਾ ਹਾਂ, ਜੋ ਆਪਣੇ ਆਪ ਨੂੰ ਪ੍ਰਗਟ ਅਤੇ ਅਨੁਭਵ ਕਰ ਰਿਹਾ ਹੈ। ਉਹ ਵੱਡਾ ਸਰੀਰ ਜਿਹੜਾ ਊਰਜਾ ਵਾਲਾ ਵੱਡਾ ਜੀਵ, ਜਿਸ ਨੂੰ ਆਪਾਂ ਪਰਮਾਤਮਾ ਆਖਦੇ ਹਾਂ। ਗੁਰੂ ਨਾਨਕ ਸਾਹਿਬ ਨੇ ਆਖਿਆ, ਕਰ ਆਸਣ ਡਿੱਠੋ ਚਾਓ। ਆਪਣੇ ਆਪ ਨੂੰ ਪ੍ਰਗਟ ਅਤੇ ਅਨੁਭਵ ਕਰ ਰਿਹਾ ਹੈ। ਉਸਨੇ ਪ੍ਰਗਟ ਕਿਵੇਂ ਕੀਤਾ? ਦੂਈ ਕੁਦਰਤ ਸਾਜੀ ਹੈ। ਇਹ ਉਹਨੇ ਪ੍ਰਗਟਾ ਕੀਤਾ ਆਪਣੇ ਆਪ ਦਾ। ਤੇ ਆਪਣੇ ਆਪ ਨੂੰ ਅਨੁਭਵ ਕਿਵੇਂ ਕਰਦਾ ਹੈ? ਇਸ ਪੂਰੀ ਕਾਇਨਾਤ ਵਿੱਚ ਸਮਾਇਆ ਹੋਇਆ ਹੋਣ ਕਰਕੇ ਜਦੋਂ ਜੀਵ ਦੁਖੀ ਹੁੰਦੇ ਨੇ, ਪਰਮਾਤਮਾ ਹੀ ਮਹਿਸੂਸ ਕਰ ਰਿਹਾ ਉਹਨਾਂ ਨੂੰ ਵੀ। ਜਦੋਂ ਇਹ ਜੀਵ ਸੁਖੀ ਹੁੰਦੇ ਨੇ, ਖੁਸ਼ ਹੁੰਦੇ ਨੇ, ਉਦੋਂ ਵੀ ਇਹਨਾਂ ਨੂੰ ਪਰਮਾਤਮਾ ਹੀ ਮਹਿਸੂਸ ਕਰ ਰਿਹਾ ਹੁੰਦਾ, ਕੋਈ ਹੋਰ ਨਹੀਂ। ਸੋ ਇਹ ਵਿਚਾਰ ਸਨ ਰਸਲ ਐਂਥਨੀ ਦੇ। ਇੱਕ ਵਿਚਾਰ ਹੈ, ਤੁਸੀਂ ਸ਼ੇਖ ਸਾਦੀ ਦਾ ਨਾਂ ਸੁਣਿਆ ਹੋਣਾ ਹੈ। ਉਹਦੀ ਇੱਕ ਕਿਤਾਬ ਹੈ ਜੀ, ਕਿਤਾਬ ਦਾ ਨਾਂ ਹੈ ਗੁਲਿਸਤਾਂ। ਬੜਾ ਸੋਹਣਾ ਨਾਂ ਹੈ। ਉਹ ਹੈ ਤੇ ਅਰਬੀ ਭਾਸ਼ਾ ਵਿੱਚ, ਕਿਉਂਕਿ ਇਹ ਸ਼ੇਖ ਸਾਦੀ ਸਾਹਿਬ ਜਿਹੜੇ ਨੇ, ਇਹ ਈਰਾਨ ਵਿੱਚ ਪੈਦਾ ਹੋਏ ਸਨ। ਸ਼ਿਰਾਜ਼ ਕਰਕੇ ਇੱਕ ਜਗ੍ਹਾ ਜਿੱਥੇ ਪੈਦਾ ਹੋਏ ਨੇ, 12ਵੀਂ ਸਦੀ ਵਿੱਚ। ਇਹ ਬੜੇ ਵੱਡੇ ਕਵੀ ਤੇ ਬੜੇ ਵੱਡੇ ਵਿਚਾਰਕ ਹੋਏ ਨੇ। ਉਹ ਆਪਣੀ ਉਸ ਗੁਲਸਿਤਾਂ ਵਿੱਚ ਲਿਖਦੇ ਨੇ,
ਅਸੀਂ ਸਾਰੇ ਜਿੰਨੇ ਜੀਵ ਜੰਤੂ ਹਾਂ, ਅਸੀਂ ਸਾਰੇ ਇੱਕ ਵੱਡੇ ਸਰੀਰ ਦਾ ਇੱਕ ਇੱਕ ਅੰਗ ਹਾਂ। ਯਾਨੀ ਇਸ ਤਰ੍ਹਾਂ ਆਪਾਂ ਆਖ ਸਕਦੇ ਹਾਂ ਕਿ ਇਹ ਜਿੰਨੇ ਆਕਾਰ ਨੇ, ਜਿੰਨੇ ਸਰੀਰ ਨੇ, ਜਿੰਨੇ ਖੰਡ ਬ੍ਰਹਿਮੰਡ ਨੇ, ਜਿੰਨੇ ਚੰਦ ਸਿਤਾਰੇ ਨੇ, ਤੇ ਅਸੀਂ ਸਾਰੇ ਮਾਨਵ ਸਰੀਰ ਉਸ ਪ੍ਰਭੂ ਦੇ ਇੱਕ ਵੱਡੇ ਸਰੀਰ ਦਾ ਇੱਕ ਇੱਕ ਅੰਗ ਹਾਂ। ਅਸੀਂ ਸਾਰੇ, ਇਹ ਸਾਰੀ ਕਾਇਨਾਤ ਉਸ ਮਾਲਕ ਦੇ ਸਰੀਰ ਦਾ ਇੱਕ ਇੱਕ ਅੰਗ ਹੈ। ਇਹ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕਿ ਪ੍ਰਮਾਤਮਾ ਤੇ ਸਾਡੇ ਵਿੱਚ ਕੋਈ ਭਿੰਨ ਭੇਦ ਨਹੀਂ। ਇਸੇ ਨੂੰ ਹੀ ਉਹ ਇੱਕ ਇਕਾਈ ਮੰਨਦੇ ਨੇ, ਜਿਹੜਾ ਉਹਨਾਂ ਨੇ ਓੰਕਾਰ ਤੋਂ ਪਹਿਲਾਂ ਨੰਬਰ 1 ਵਰਤਿਆ। ਸੋ ਇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ, ਜਿਸ ਨੂੰ ਆਪਾਂ ਸਮਝ ਲਿਆ ਸੀ ਸ਼ੁੱਕਰਵਾਰ, ਸਿਧਾਂਤ ਕਿਸ ਨੂੰ ਆਖਦੇ ਨੇ। ਸੋ ਇਹ ਹੈ ਇੱਕ ਇਕਾਈ ਦਾ ਸਿਧਾਂਤ ਜੋ ਗੁਰੂ ਨਾਨਕ ਸਾਹਿਬ ਦਾ, ਤੇ ਗੁਰੂ ਨਾਨਕ ਸਾਹਿਬ ਥਾਂ ਥਾਂ ਤੇ ਗਏ, ਭਗਤਾਂ ਕੋਲੋਂ, ਸੰਤਾਂ ਕੋਲੋਂ, ਮਹਾਂਪੁਰਸ਼ਾਂ ਕੋਲੋਂ ਉਹਨਾਂ ਦੇ ਵਿਚਾਰ ਉਹਨਾਂ ਨੇ ਇਕੱਤਰਿਤ ਕੀਤੇ, ਤੇ ਉਹਨਾਂ ਨੇ ਕਬੀਰ ਜੀ ਦੇ ਬਚਨ ਵੀ ਲਿਆਂਦੇ ਤੇ ਫਿਰ ਉਹਨਾਂ ਨੂੰ ਸੰਭਾਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਪਹੁੰਚੇ ਤੇ ਉਹਨਾਂ ਨੇ ਇੱਕ ਆਦਿ ਗ੍ਰੰਥ ਸਾਹਿਬ ਦੀ ਬੀੜ ਵਿੱਚ ਦਰਜ ਕਰਕੇ ਉਹਨਾਂ ਨੂੰ ਸਾਡੇ ਤੱਕ ਪਹੁੰਚਾ ਦਿੱਤਾ। ਇੱਕ ਇਕਾਈ ਦੇ ਸੰਬੰਧ ਵਿੱਚ ਭਗਤ ਕਬੀਰ ਸਾਹਿਬ ਕੀ ਆਖਦੇ ਨੇ? ਅਵਲ ਅੱਲਾਹ ਨੂਰ ਉਪਾਇਆ। ਅਵਲ ਦਾ ਮਤਲਬ ਹੁੰਦਾ ਹੈ ਪਹਿਲਾਂ, ਪਹਿਲ, ਸਭ ਤੋਂ ਪਹਿਲਾਂ। ਇੱਕ ਪਰਮਾਤਮਾ ਸੀ ਜਿਹਨੂੰ ਉਹਨਾਂ ਨੇ ਅੱਲਾ ਲਿਖਿਆ ਹੋਇਆ ਹੈ। ਇੱਕੋ ਇੱਕੋ ਪਰਮਾਤਮਾ ਸੀ, ਉਸ ਨੇ ਆਪਣੇ ਨੂਰ ਤੋਂ, ਆਪਣੀ ਜੋਤੀ ਤੋਂ ਇਹ ਸਾਰੀ ਬ੍ਰਹਿਮੰਡੀ ਰਚਨਾ ਕੀਤੀ। ਅਵਲ ਅੱਲਾਹ ਨੂਰ ਉਪਾਇਆ। ਤੇ ਜੇ ਆਪਾਂ ਇਹਨੂੰ ਥੋੜਾ ਜਿਹਾ ਅੱਖਾਂ ਖੋਲ ਕੇ ਵੇਖਾਂਗੇ, ਇਹ ਸੱਚਮੁੱਚ ਹੀ ਅੱਲਾ ਦਾ ਨੂਰ ਹੈ। ਲੇਕਿਨ ਸਾਡੀਆਂ ਅੱਖਾਂ ਤੇ ਨਾ ਅਜੇ ਭਰਮਾਂ ਦਾ, ਵਹਿਮਾਂ ਦਾ, ਹਉਮੈ ਦਾ, ਅਪਨੱਤ ਦਾ, ਅਗਿਆਨਤਾ ਦਾ ਜਾਲਾ ਛਾਇਆ ਹੋਇਆ ਹੈ। ਉਸ ਜਾਲੇ ਦੇ ਕਾਰਨ, ਉਸ ਅਗਿਆਨਤਾ ਦੇ ਹਨੇਰੇ ਦੇ ਕਾਰਨ ਸਾਨੂੰ ਰੱਬੀ ਨੂਰ ਇਹਨਾਂ ਜੀਵਾਂ ਵਿੱਚੋਂ ਨਜ਼ਰ ਨਹੀਂ ਆਉਂਦਾ। ਅਸੀਂ ਕਿਸੇ ਨੂੰ ਦੁਸ਼ਮਣ ਸਮਝ ਰਹੇ ਹਾਂ, ਕਿਸੇ ਨੂੰ ਮਿੱਤਰ ਸਮਝ ਰਹੇ ਹਾਂ, ਕਿਸੇ ਨੂੰ ਆਪਣਾ ਬਣਾਈ ਬੈਠੇ ਹਾਂ, ਕਿਸੇ ਨੂੰ ਬੇਗਾਨਾ ਬਣਾਈ ਬੈਠੇ ਹਾਂ। ਸਾਨੂੰ ਨੂਰ ਨਹੀਂ ਨਜ਼ਰ ਆਉਂਦਾ ਪ੍ਰਭੂ ਦਾ। ਕਿਉਂ ਨਹੀਂ ਆਉਂਦਾ? ਅਸੀਂ ਐਨਕ ਹੀ ਇਹੋ ਜਿਹੀ ਲਗਾਈ ਏ ਜਿਹਦੇ ਵਿੱਚੋਂ ਨੂਰ ਨਜ਼ਰ ਹੀ ਨਹੀਂ ਆਉਂਦਾ। ਉਹ ਐਨਕ ਹੈ ਸਾਡੀ ਅਗਿਆਨਤਾ ਦੀ, ਸਾਡੀ ਹਉਮੈ ਦੀ, ਸਾਡੀ ਅਪਨੱਤ ਦੀ। ਕਬੀਰ ਸਾਹਿਬ ਨੇ ਆਖਿਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿੰਨਾਂ ਨੂੰ ਮਾੜੇ ਆਖੀਏ, ਕਿੰਨਾਂ ਨੂੰ ਚੰਗੇ ਆਖੀਏ, ਜਦੋਂ ਕਿ ਸਾਰਾ ਸੰਸਾਰ ਇੱਕ ਨੂਰ ਤੋਂ, ਇੱਕ ਵਾਹਿਗੁਰੂ ਦੀ ਜੋਤ ਤੋਂ ਪ੍ਰਗਟ ਹੋਇਆ ਹੈ। ਫਿਰ ਸਾਨੂੰ ਸਮਝਾਉਂਦਿਆਂ ਉਹਨਾਂ ਨੇ ਇਹ ਗੱਲ ਆਖੀ ਹੈ, ਲੋਗਾ ਭਰਮ ਨਾ ਭੁੱਲੋ ਭਾਈ। ਐ ਲੋਕੋ, ਐ ਮੇਰੇ ਭਰਾਵੋ, ਐ ਮੇਰੇ ਵੀਰੋ, ਭਰਮ ਵਿੱਚ ਪੈ ਕੇ ਭੁੱਲੇ ਨਾ ਰਹਿਣਾ। ਆਪਣੀ ਜ਼ਿੰਦਗੀ ਦਾ ਇਹ ਬੜਾ ਅਨਮੋਲ ਸਮਾਂ ਅਜਾਈਂ ਨਾ ਗਵਾ ਲੈਣਾ। ਭਰਮ ਨਾ ਭੁੱਲੋ ਭਾਈ। ਕੀ ਆਖਣਾ ਚਾਹੁੰਦੇ ਨੇ? ਸਾਨੂੰ ਇਸ ਭਰਮ ਕਿਹੜੇ ਵਿੱਚੋਂ ਕੱਢਣਾ ਚਾਹੁੰਦੇ ਨੇ? ਖਾਲਿਕ ਖਲਕ, ਖਲਕ ਮਹਿ ਖਾਲਿਕ। ਪਰਮਾਤਮਾ ਖਲਕਤ ਦਾ ਜੋ ਮਾਲਕ ਏ, ਉਹ ਆਪਣੀ ਖਲਕਤ ਦੇ ਵਿੱਚ ਸਮਾਇਆ ਹੋਇਆ ਹੈ। ਹੁਣ ਤੁਸੀਂ ਮੈਨੂੰ ਦੱਸਣਾ, ਜਦੋਂ ਸਾਡਾ ਇਹ ਨੇਤਰ ਖੁੱਲ੍ਹ ਜਾਏਗਾ, ਜਦੋਂ ਅਸੀਂ ਇਸ ਆਪਣੀ ਅੱਖ ਨਾਲ ਵੇਖਣ ਲੱਗ ਪਾਂਗੇ ਕਿ ਸਾਰਿਆਂ ਵਿੱਚ ਰੱਬੀ ਨੂਰ ਹੈ, ਸਭਨਾਂ ਵਿੱਚ ਪ੍ਰਭੂ ਦੀ ਜੋਤ ਹੈ, ਕੀ ਅਸੀਂ ਕਿਸੇ ਦਾ ਮਾੜਾ ਕਰ ਪਾਵਾਂਗੇ? ਕੀ ਕਿਸੇ ਨੂੰ ਮਾੜਾ ਕਹਿ ਸਕਾਂਗੇ? ਕੀ ਕਿਸੇ ਨਾਲ ਧੋਖਾ ਕਰ ਸਕਾਂਗੇ? ਕੀ ਕਿਸੇ ਦੀ ਨਿੰਦਿਆ ਕਰ ਸਕਾਂਗੇ? ਕਿਸੇ ਦਾ ਵਿਰੋਧ ਕਰ ਸਕਾਂਗੇ? ਕਦੇ ਵੀ ਨਹੀਂ। ਇਹ ਸਭ ਅਸੀਂ ਓਨਾ ਚਿਰ ਕਰਾਂਗੇ ਜਿੰਨਾ ਚਿਰ ਸਾਡਾ ਇਹ ਭਰਮ ਦਾ ਜਾਲਾ ਟੁੱਟਦਾ ਨਹੀਂ।
ਇਸ ਨੂੰ ਤੋੜਨ ਵਾਸਤੇ ਆਪਾਂ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਨੀ ਹੈ। ਗੁਰੂ ਨਾਨਕ ਸਾਹਿਬ ਨੇ ਸਭ ਵਹਿਮ ਭਰਮ ਉਡਾ ਦਿੱਤੇ ਨੇ। ਗੁਰਬਾਣੀ ਵਿੱਚ ਬਚਨ ਲਿਖਿਆ ਗੁਰਬਾਣੀਕਾਰਾਂ ਨੇ, ਉਹ ਲਿਖਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭ ਹੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ। ਵੇਖੋ ਗੁਰੂ ਨਾਨਕ ਦੀ ਸੰਗਤ ਕਰਕੇ ਇੱਕ ਗਿਆਨ ਦੀ ਹਨੇਰੀ ਆ ਗਈ, ਜਿਸ ਨੇ ਅਗਿਆਨਤਾ ਦੇ ਅੰਧਕਾਰ ਨੂੰ ਉਡਾ ਕੇ ਰੱਖ ਦਿੱਤਾ। ਜਿਹੜੀ ਮਾਇਆ ਸਾਡੇ ਮਨਾਂ ਤੇ ਪ੍ਰਭਾਵ ਪਾਈ ਬੈਠੀ ਸੀ, ਸਾਨੂੰ ਤੇ ਸਾਡੇ ਪ੍ਰਭੂ ਨਾਲੋਂ ਵੱਖਰਿਆਂ ਮਹਿਸੂਸ ਕਰਾਉਂਦੀ ਸੀ, ਉਹ ਮਾਇਆ ਹੁਣ ਬੱਝੀ ਵੀ ਨਹੀਂ ਰਹਿ ਸਕਦੀ। ਭਾਵ ਸਭ ਕੁਝ ਉੱਡ ਗਿਆ, ਸਭ ਅਗਿਆਨਤਾ ਦੇ ਹਨੇਰੇ ਦੂਰ ਹੋ ਗਏ। ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਰਬ ਠਾਈ। ਸਾਰੀਆਂ ਥਾਵਾਂ ਤੇ ਪ੍ਰਭੂ ਜੀ ਪਰਿਪੂਰਨ ਹੋ ਰਹੇ ਨੇ, ਉਹ ਸਾਡੇ ਤੋਂ ਵੱਖਰੇ ਨਹੀਂ ਹਨ। ਇਸ ਲਈ ਗੁਰੂ ਨਾਨਕ ਸਾਹਿਬ ਸਾਨੂੰ ਇੱਕ ਇਕਾਈ ਵਿੱਚ ਜੋੜਨਾ ਚਾਹੁੰਦੇ ਨੇ। ਉਹ ਸਾਡੇ ਜਿਹੜੇ ਭਰਮ ਨੇ, ਉਹ ਸਿੱਖ ਏ, ਉਹ ਹਿੰਦੂ ਏ, ਉਹ ਮੁਸਲਿਮ ਏ, ਉਹ ਈਸਾਈ ਏ, ਇਹਨਾਂ ਭਰਮਾਂ ਤੋਂ ਸਾਨੂੰ ਉੱਚਾ ਉਠਾਉਣਾ ਚਾਹੁੰਦੇ ਨੇ। ਸਾਰੇ ਇੱਕ ਨੇ, ਕੋਈ ਵੀ ਦੂਸਰਾ ਨਹੀਂ। ਸਭਨਾਂ ਨੂੰ ਪਿਆਰ ਕਰਨਾ ਹੀ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨਾ ਹੈ। ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨਾ ਹੀ ਪ੍ਰਭੂ ਨੂੰ ਪਿਆਰ ਕਰਨਾ ਹੈ। ਜਦੋਂ ਅਸੀਂ ਪ੍ਰਭੂ ਨੂੰ ਪਿਆਰ ਕਰਾਂਗੇ, ਫਿਰ ਇਹ ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਪਰਮਾਤਮਾ ਵਿੱਚ ਤੇ ਸਾਡੇ ਵਿੱਚ ਇੱਕ ਐਸੀ ਪੀੜੀ ਗੰਢ ਪੈ ਜਾਏਗੀ, ਜਿਹੜੀ ਫਿਰ ਤੋੜਿਆਂ ਵੀ ਨਹੀਂ ਟੁੱਟੇਗੀ ਤੇ ਛਡਾਇਆਂ ਵੀ ਨਹੀਂ ਛੁੱਟੇਗੀ। ਅਸੀਂ ਇੱਕ ਉਸ ਮੂਲ ਨਾਲ ਜੁੜਨਾ ਹੈ, ਉਸ ਇੱਕ ਇਕਾਈ ਨਾਲ ਜੁੜਨਾ ਹੈ, ਜਿਹਦੇ ਨਾਲ ਜੁੜਨ ਲਈ ਸਾਨੂੰ ਗੁਰੂ ਨਾਨਕ ਸਾਹਿਬ ਆਖਦੇ ਨੇ। ਪਾਤਸ਼ਾਹ ਦੇ ਪਵਿੱਤਰ ਬਚਨ ਨੇ, ਇੱਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਮੂਲ ਵਿੱਚ ਤੇ ਡਾਲੀ ਵਿੱਚ ਇੱਕ ਫਰਕ ਹੁੰਦਾ ਹੈ ਜੀ। ਇੱਥੇ ਮੂਲ ਹੈ ਪ੍ਰਭੂ ਤੇ ਡਾਲੀ ਹੈ ਮਾਇਆ। ਮੂਲ ਹੈ ਪ੍ਰਭੂ ਤੇ ਡਾਲੀ ਹੈ ਮਾਇਆ। ਜਿਹੜੇ ਲੋਕ ਆਪਣੇ ਮੂਲ ਨਾਲ ਲੱਗ ਜਾਂਦੇ ਨੇ, ਉਹਨਾਂ ਦਾ ਜੀਵਨ ਸੰਵਰ ਜਾਂਦਾ ਹੈ। ਜਿਹੜੇ ਆਪਣੇ ਮੂਲ ਨਾਲੋਂ ਟੁੱਟ ਕੇ ਮਾਇਆ ਨਾਲ, ਡਾਲੀ ਨਾਲ ਲੱਗ ਜਾਂਦੇ ਨੇ, ਉਹ ਆਪਣੇ ਜੀਵਨ ਨੂੰ ਗਵਾ ਕੇ ਤੇ ਖਾਲੀ ਹੱਥੀਂ ਚਲੇ ਜਾਂਦੇ ਨੇ, ਕਿਉਂਕਿ ਮਾਇਆ ਕਿਸੇ ਦੇ ਨਾਲ ਕਦੇ ਨਹੀਂ ਜਾਂਦੀ। ਭਾਵੇਂ ਇਸ ਸੰਸਾਰ ਵਿੱਚ ਰਹਿੰਦਿਆਂ ਇਹ ਸਾਨੂੰ ਕਿਸੇ ਹੱਦ ਤੱਕ ਕੋਈ ਸਰੀਰਕ ਸੁੱਖ ਦੇ ਦਵਾ ਸਕਦੀ ਏ, ਲੇਕਿਨ ਇਹ ਕਦੇ ਕਿਸੇ ਦੇ ਨਾਲ ਕਦੇ ਨਹੀਂ ਗਈ, ਇਹ ਕਦੀ ਕਿਸੇ ਦੀ ਨਹੀਂ ਬਣੀ। ਜੇ ਕੋਈ ਕਦੀ ਕਿਸੇ ਦਾ ਬਣਿਆ ਤੇ ਉਹ ਮੂਲ ਬਣਿਆ, ਉਹ ਡਾਲੀ ਨਹੀਂ ਬਣੀ। ਸੋ ਆਪਾਂ ਮੂਲ ਨਾਲ ਜੁੜਨਾ ਹੈ। ਕਹਿੰਦੇ ਨੇ ਇੱਕ ਸਿਆਣਾ ਜਿਹਾ ਪੁਰਸ਼ ਨਾ ਇੱਕ ਦਿਨ ਜਿਹੜੀ ਫਲਾਂ ਵਾਲੀਆਂ ਨਹੀਂ ਰੇਹੜੀਆਂ ਲੱਗੀਆਂ ਹੁੰਦੀਆਂ ਆਪਣੇ ਭਾਰਤ ਵਿੱਚ, ਕਾਫੀ ਥਾਵਾਂ ਤੇ ਇਸ ਤਰ੍ਹਾਂ ਸ਼ਹਿਰਾਂ 'ਚ ਆਮ ਮਿਲ ਜਾਂਦੀਆਂ ਨੇ ਰੇਹੜੀਆਂ ਤੇ ਫਲ ਰੱਖੇ ਹੁੰਦੇ ਨੇ, ਤੇ ਆਪਾਂ ਉੱਥੋਂ ਖਰੀਦ ਲੈਂਦੇ ਹਾਂ ਜਾ ਕੇ। ਤੁਹਾਡੇ ਜਿਹਾ ਕੋਈ ਸਿਆਣਾ ਪੁਰਸ਼ ਗਿਆ ਤੇ ਉਹ ਰੇਹੜੀ ਦੇ ਉੱਤੇ ਨਾ ਅੰਗੂਰਾਂ ਦੀਆਂ 2 ਢੇਰੀਆਂ ਲੱਗੀਆਂ ਸੀ। ਇੱਕ ਪਾਸੇ ਉਹ ਅੰਗੂਰ ਸਨ ਜਿਹੜੇ ਆਪਣੇ ਗੁੱਛਿਆਂ ਨਾਲ ਲੱਗੇ ਹੋਏ ਸਨ, ਇੱਕ ਪਾਸੇ ਛੋਟੀ ਜੀ ਢੇਰੀ ਉਹਨਾਂ ਦੀ ਹੀ ਜਿਹੜੇ ਗੁੱਛਿਆਂ ਨਾਲੋਂ ਟੁੱਟ ਚੁੱਕੇ ਸਨ। ਫਰਕ ਕੋਈ ਵੀ ਨਹੀਂ, ਕੋਈ ਵੀ ਫਰਕ ਨਹੀਂ। ਹੁਣੇ ਹੁਣੇ ਟੁੱਟੇ ਨੇ। ਜਦੋਂ ਉਹਨੇ ਉੱਥੇ ਜੋੜੇ ਸਨ ਤੇ ਉਹਨੇ ਉਹ ਚੁੱਕ ਕੇ ਟੁੱਟੇ ਹੋਏ ਇਸ ਪਾਸੇ ਕਰ ਦਿੱਤੇ। ਉਹ ਭਲਾ ਪੁਰਸ਼ ਉੱਥੋਂ ਖਰੀਦਣ ਲਈ ਆਇਆ ਤੇ ਉਹਨੇ ਪੁੱਛਿਆ, ਭਾਈ ਆ ਅੰਗੂਰਾਂ ਦਾ ਕੀ ਭਾਅ ਏ? ਉਹਨੇ ਗੁੱਛਿਆਂ ਵੱਲ ਇਸ਼ਾਰਾ ਕਰਕੇ ਆਖਿਆ 100 ਰੁਪਏ ਕਿਲੋ ਨੇ ਜਾਂ ਵੱਧ ਘੱਟ। ਆਪਾਂ ਇੱਕ ਉਦਾਹਰਨ ਦੇ ਤੌਰ ਤੇ ਸਮਝਣ ਦੀ ਗੱਲ ਏ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ
ਕਿ ਜੁੜੇ ਰਹਿਣਾ ਤੇ ਟੁੱਟ ਜਾਣਾ ਇਹਦੇ 'ਚ ਫਰਕ ਕੀ ਪੈਂਦਾ ਹੈ। ਉਹਨੇ ਆਖਿਆ ਜਿਹੜੇ ਆ ਗੁੱਛਿਆਂ ਨਾਲ ਜੁੜੇ ਨੇ, ਗੁੱਛਿਆਂ ਨਾਲ ਲੱਗੇ ਨੇ, ਆ ਗੁੱਛੇ ਜਿਹੜੇ ਨੇ ਇਹ 100 ਰੁਪਏ ਕਿਲੋ ਨੇ। ਤੇ ਉਹਨੇ ਪੁੱਛਿਆ ਜਿਹੜੇ ਆ ਟੁੱਟੇ ਹੋਏ ਨੇ, ਉਹਨੇ ਆਖਿਆ 30 ਰੁਪਏ ਕਿਲੋ। ਇੱਕਦਮ ਉਹ ਸਮਝ ਗਿਆ ਫਰਕ ਕੋਈ ਵੀ ਨਹੀਂ, ਅੰਗੂਰ ਅੰਗੂਰ ਹੀ ਨੇ, ਹੁਣੇ ਹੀ ਟੁੱਟੇ ਨੇ। ਲੇਕਿਨ ਜੁੜੇ ਰਹਿਣ ਨਾਲ ਕੀਮਤ 100% ਪੈਂਦੀ ਏ, ਟੁੱਟ ਜਾਣ ਨਾਲ ਕੀਮਤ ਅੱਧੀ ਵੀ ਨਹੀਂ ਰਹਿ ਜਾਂਦੀ। ਸੋ ਅਸੀਂ ਆਪਣੇ ਮਾਲਕ ਨਾਲ ਜੁੜਨਾ ਹੈ। ਮਾਲਕ ਹੈ ਸਾਡਾ ਪਰਮਾਤਮਾ, ਮਾਲਕ ਹੈ ਸਾਡਾ ਵਾਹਿਗੁਰੂ। ਜਦੋਂ ਆਪਾਂ ਉਹਦੇ ਨਾਲ ਜੁੜਾਂਗੇ ਤੇ ਆਪਣੀ ਕੀਮਤ 100% ਪਵੇਗੀ, ਜਿੰਨੀ ਹੈ, ਜਿਸ ਦੇ ਆਪਾਂ ਯੋਗ ਹਾਂ ਓਨੀ ਹੀ ਪਵੇਗੀ, ਘਟੇਗੀ ਨਹੀਂ। ਜੇ ਟੁੱਟ ਗਏ ਤੇ ਫਿਰ ਆਪਣੀ ਕੀਮਤ ਪੂਰੀ ਨਹੀਂ ਪੈ ਸਕੇਗੀ, ਘਟ ਜਾਏਗੀ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਜੀ ਬਾਣੀ ਵਿੱਚ। ਉਹ ਕਹਿੰਦੇ ਨੇ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵੰਨ, ਕਹਿ ਦੋਖੜੇ ਸੜਿਓ ਏ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਇਹਦਾ ਸੰਖੇਪ ਜਿਹਾ ਭਾਵ ਇਸ ਤਰ੍ਹਾਂ ਹੈ ਕਿ ਇੱਕ ਸਰੋਵਰ ਹੈ ਜਿਹੜਾ ਆਪਣੇ ਸੋਮੇ ਨਾਲੋਂ ਟੁੱਟ ਚੁੱਕਾ ਹੈ। ਉਹਦੇ ਵੱਲ ਵੇਖ ਕੇ ਗੁਰੂ ਨਾਨਕ ਸਾਹਿਬ ਉਸ ਸਰੋਵਰ ਨੂੰ ਪੁੱਛਦੇ ਨੇ, ਇੱਕ ਸਵਾਲ ਕਰਦੇ ਨੇ ਕਿ ਕੀ ਗੱਲ ਹੋਈ। ਪਹਿਲਾਂ ਮੈਂ ਤੈਨੂੰ ਕਦੀ ਵੇਖਿਆ ਸੀ ਤੇ ਤੇਰੇ ਤੇ ਬੜੀਆਂ ਰੌਣਕਾਂ ਸਨ, ਹਰਿਆਵਲ ਸੀ, ਪੰਛੀ ਉੱਡੇ ਫਿਰਦੇ ਸਨ, ਥੱਲੇ ਪਾਣੀ ਵਿੱਚ ਫੁੱਲ ਖਿੜੇ ਹੋਏ ਸਨ, ਇਹਨਾਂ ਰੁੱਖਾਂ ਨੂੰ ਸੋਹਣੇ ਫਲ ਲੱਗੇ ਹੋਏ ਸਨ, ਚਹਿਲ ਪਹਿਲ ਸੀ ਇੱਥੇ। ਕੀ ਹੋਇਆ, ਤੂੰ ਤੇ ਸੁੱਕ ਸੜ ਗਿਆ ਹੈ, ਨਾ ਉਹ ਫੁੱਲ ਦਿਸਦੇ ਨੇ, ਨਾ ਉਹ ਫਲ ਦਿਸਦੇ ਨੇ, ਪੰਛੀ ਵੀ ਕਿਤੇ ਉੱਡ ਗਏ ਨੇ, ਕੀ ਹੋਇਆ ਤੈਨੂੰ? ਉਹ ਸਰੋਵਰ ਨੂੰ ਇੱਕ ਸਵਾਲ ਕਰਦੇ ਨੇ ਤੇ ਸਰੋਵਰ ਜੀ ਬੜਾ ਸੋਹਣਾ ਜਵਾਬ ਦਿੰਦਾ ਹੈ। ਉਹ ਕਹਿੰਦਾ, ਗੁਰੂ ਨਾਨਕ ਜੀ, ਮੈਨੂੰ ਪਤਾ ਹੈ ਮੇਰੇ ਨਾਲ ਕੀ ਹੋਇਆ। ਜਾਣਾ ਪਾਣੀ ਨਾ ਲਹਾਂ, ਜੈਸੇਤੀ ਮੇਰਾ ਸੰਗ। ਮੈਨੂੰ ਸਮਝ ਆ ਗਈ ਏ ਮੇਰੀ ਇਹ ਹਾਲਤ ਕਿਉਂ ਹੋਈ ਏ। ਇਸ ਕਰਕੇ ਹੋਈ ਏ ਕਿ ਜਿਸ ਸੋਮੇ ਦੇ ਨਾਲ ਮੇਰਾ ਸੰਬੰਧ ਸੀ ਨਾ, ਜਿਸ ਸੋਮੇ ਤੋਂ ਪਾਣੀ ਚੱਲਦਾ ਸੀ ਤੇ ਇਸ ਸਰੋਵਰ ਵਿੱਚ ਯਾਨੀ ਮੇਰੇ ਵਿੱਚ ਆ ਕੇ ਪੈਂਦਾ ਸੀ, ਜਿਸ ਕਾਰਨ ਮੈਂ ਹਰਿਆ ਭਰਿਆ ਸਾਂ, ਮੇਰਾ ਤੇ ਸੋਮੇ ਦਾ ਸੰਬੰਧ ਟੁੱਟ ਗਿਆ। ਉਹ ਹੁਣ ਪਾਣੀ ਨਹੀਂ ਆਉਂਦਾ, ਪਾਣੀ ਨਾ ਆਉਣ ਦੇ ਕਾਰਨ ਮੇਰੀ ਇਹ ਹਾਲਤ ਹੋਈ ਏ। ਕਿਤੇ ਸਾਡੇ ਨਾਲ ਵੀ ਉਹ ਹੀ ਕੁਝ ਨਾ ਹੋਵੇ। ਇਹ ਸਾਡਾ ਸਰੀਰ ਰੂਪ ਸੋਮਾ ਜੇ ਆਪਣੇ ਮਾਲਕ, ਸਾਡਾ ਸਰੀਰ ਰੂਪ ਸਰੋਵਰ ਜੇ ਆਪਣੇ ਮਾਲਕ ਪ੍ਰਭੂ ਸੋਮੇ ਨਾਲੋਂ ਟੁੱਟ ਗਿਆ, ਇਹਦੀ ਵੀ ਉਹੀ ਹਾਲਤ ਹੋਏਗੀ, ਇਹ ਸੁੱਕ ਸੜ ਜਾਏਗਾ। ਇਹਦੇ ਵਿੱਚੋਂ ਸਭ ਗੁਣ ਉੱਡ ਜਾਣਗੇ, ਔਗਣ ਹੀ ਔਗਣ ਰਹਿ ਜਾਣੇ ਨੇ। ਸੋ ਆਪਾਂ ਯਤਨ ਕਰਨਾ ਹੈ, ਉਸ ਮਾਲਕ ਨਾਲ ਜੁੜਨਾ ਹੈ, ਆਪਣੇ ਸੋਮੇ ਨਾਲ, ਆਪਣੇ ਅਸਲੇ ਨਾਲ ਜੁੜਨਾ ਹੈ, ਜਿਹਦੇ ਨਾਲ ਜੁੜ ਕੇ ਅਸੀਂ ਹਰੇ ਭਰੇ ਰਹਿ ਸਕਦੇ ਹਾਂ। ਸੋ ਇੱਥੋਂ ਤੱਕ ਸੀ ਸਾਡੀ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿਚਾਰ ਦਿੱਤੇ ਨੇ ਆਪਣੇ, ਕਿ ਇੱਕ ਇਕਾਈ ਕਿਸ ਨੂੰ ਆਖਦੇ ਨੇ। ਸੋ ਇਹ ਸੀ ਸਾਡੀ ਅੱਜ ਦਾ ਵਿਸ਼ਾ ਜੋ ਇਕਾਈ ਵਾਲਾ, ਕਿ ਅਸੀਂ ਕਿਸੇ ਤਰ੍ਹਾਂ ਵੀ ਵੱਖਰੇ ਨਹੀਂ ਹਾਂ ਕਿਸੇ ਨਾਲੋਂ ਵੀ। ਜੇ ਇੱਕ ਛੋਟੀ ਜੀ ਜਿੰਦਾ ਮਿਸਾਲ ਆਪਾਂ ਲੈ ਲਈਏ, ਥੋੜੇ ਦਿਨਾਂ ਦੀ ਗੱਲ ਏ, ਅਸੀਂ ਕਿਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਤੁਹਾਨੂੰ ਸਭਨਾਂ ਨੂੰ ਪਤਾ ਹੋਣਾ ਹੈ ਕਿ ਯੂਪੀ ਦੇ ਅੰਦਰ ਜ਼ਿਲ੍ਹਾ ਲਖੀਮਪੁਰ, ਜਿੱਥੇ ਕਿਸਾਨਾਂ ਉੱਤੇ ਗੱਡੀਆਂ ਚੜ੍ਹਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹ ਜਿਵੇਂ ਹੀ ਖਬਰ ਨਿਕਲੀ, ਅੱਜ ਕੱਲ੍ਹ ਤੇ ਖਬਰ ਜੀ 1 ਸੈਕਿੰਡ ਵਿੱਚ ਪੂਰੀ ਦੁਨੀਆ ਵਿੱਚ ਚਲੀ ਜਾਂਦੀ ਹੈ ਨਾ, ਜਿਵੇਂ ਹੀ ਉਹ ਖਬਰ ਆਈ ਪੂਰੀ ਦੁਨੀਆ ਵਿੱਚ ਫੈਲੀ ਤੇ ਪੂਰੀ ਦੁਨੀਆ ਦੇ ਲੋਕਾਂ ਨੇ ਜਿਸ ਮਨੁੱਖ ਨੂੰ ਉਹ ਖਬਰ ਸੁਣੀ, ਉਹਨਾਂ ਨੇ ਦੁੱਖ ਮਹਿਸੂਸ ਕੀਤਾ। ਤੁਸੀਂ ਵੀ ਕੀਤਾ ਹੋਏਗਾ, ਮੈਂ ਵੀ ਕੀਤਾ, ਜਿਨ੍ਹਾਂ ਨੇ ਖਬਰ ਸੁਣੀ ਸਭਨਾਂ ਨੇ ਕੀਤਾ। ਸਾਨੂੰ ਜੀ ਉਹ ਦੁੱਖ ਕਿਉਂ ਮਹਿਸੂਸ ਹੋਇਆ? ਸੋਚਣ ਵਾਲੀ ਗੱਲ ਏ।
ਅਸਲ ਵਿੱਚ ਅਸੀਂ ਵੱਖਰੇ ਨਹੀਂ ਹਾਂ। ਅਸੀਂ ਉੱਤੇ ਸ਼ੇਖ ਸਾਦੀ ਸਾਹਿਬ ਦਾ ਬਚਨ ਪੜ੍ਹ ਲਿਆ ਹੈ। ਉਹ ਕਹਿੰਦਾ ਹੈ ਕਿ ਅਸੀਂ ਸਾਰੇ ਇੱਕ ਵੱਡੇ ਸਰੀਰ ਦਾ ਇੱਕ ਇੱਕ ਅੰਗ ਹਾਂ, ਤੇ ਜਦੋਂ ਕਿਸੇ ਅੰਗ ਨੂੰ ਕੋਈ ਤਕਲੀਫ ਹੋਵੇ, ਸਾਡੇ ਸਰੀਰ ਦੇ ਕਿਸੇ ਵੀ ਅੰਗ ਨੂੰ, ਤੇ ਕੀ ਸਾਡਾ ਸਾਰਾ ਸਰੀਰ ਉਸ ਤਕਲੀਫ ਨੂੰ ਮਹਿਸੂਸ ਨਹੀਂ ਕਰਦਾ? ਕਰਦਾ ਹੈ ਨਾ। ਇਹ ਸਾਡਾ ਸਮੁੱਚਾ ਬ੍ਰਹਿਮੰਡ ਇੱਕ ਸਰੀਰ ਹੈ, ਤੇ ਇਸ ਸਰੀਰ ਦੇ ਵਿੱਚ ਜਦੋਂ ਕਿਸੇ ਅੰਗ ਨੂੰ ਕੋਈ ਇਸ ਢੰਗ ਦੇ ਨਾਲ ਦੁੱਖ ਪਹੁੰਚਾਏ, ਤੇ ਸਾਡੇ ਸਾਰੇ ਹੀ ਸਰੀਰ ਨੂੰ ਦੁੱਖ ਪਹੁੰਚਦਾ ਹੈ। ਇਸ ਨਾਤੇ ਵੀ ਅਸੀਂ ਸਾਰੇ ਜੁੜੇ ਹੋਏ ਹਾਂ, ਅਸੀਂ ਟੁੱਟੇ ਹੋਏ ਨਹੀਂ ਹਾਂ। ਸਾਡਾ ਕਨੈਕਸ਼ਨ ਪੱਤੇ ਪੱਤੇ ਨਾਲ ਹੈ, ਡਾਲੀ ਡਾਲੀ ਨਾਲ ਹੈ। ਅਸੀਂ ਜੁੜੇ ਹੋਏ ਹਾਂ। ਜਿੰਨਾ ਚਿਰ ਇਹ ਸਰੀਰ ਵਿੱਚ ਪ੍ਰਭੂ ਦੀ ਜੋਤ ਹੈ, ਓਨਾ ਚਿਰ। ਜਦੋਂ ਇਹ ਜੋਤ ਜਾਏਗੀ, ਜਿੱਥੇ ਜਾਏਗੀ ਇਹ ਫਿਰ ਜੁੜੀ ਰਹੇਗੀ, ਇਹ ਨਹੀਂ ਟੁੱਟੇਗੀ। ਸਰੀਰ ਟੁੱਟ ਜਾਏਗਾ, ਕਿਉਂਕਿ ਸੋਮਾ ਜਿਹੜਾ ਹੈ, ਅਸੀਂ ਉਹਦੇ ਨਾਲ ਵੱਖਰੇ ਹੋ ਕੇ ਇਕੱਠੇ ਨਹੀਂ ਰਹਿ ਪਾਵਾਂਗੇ। ਸੋ ਆਪਾਂ ਜੁੜਨਾ ਹੈ ਆਪਣੇ ਸੋਮੇ ਨਾਲ। ਵੈਸੇ ਤੇ ਆਪਾਂ ਜੁੜੇ ਹੋਏ ਹਾਂ, ਉਸ ਨੂੰ ਸਿਰਫ ਸਮਝਣਾ ਹੀ ਹੈ। ਜੁੜੇ ਹੋਏ ਹਾਂ, ਆਪਾਂ ਸਾਰੇ ਹੀ ਜੁੜੇ ਹੋਏ ਹਾਂ, ਸਿਰਫ ਸਮਝਣਾ ਬਾਕੀ ਹੈ। ਜਿਸ ਦਿਨ ਕਿਸੇ ਦੀ ਸਮਝ ਵਿੱਚ ਪੈ ਗਈ ਇਹ ਗੱਲ, ਬਸ ਪਤਾ ਲੱਗ ਜਾਏਗਾ ਕਿ ਅਸੀਂ ਤੇ ਟੁੱਟੇ ਹੀ ਨਹੀਂ ਸਾਂ। ਇਹ ਤੇ ਅਗਿਆਨਤਾ ਸੀ ਸਾਡੇ ਮਨ ਵਿੱਚ, ਇੱਕ ਭਰਮ ਸੀ, ਇੱਕ ਭੇਦ ਸੀ, ਜਿਹੜਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਦੂਰ ਹੋ ਗਿਆ, ਤੇ ਅਸੀਂ ਆਪਣੇ ਆਪ ਨੂੰ ਪਾਇਆ ਕਿ ਅਸੀਂ ਜੁੜੇ ਹੋਏ ਹਾਂ। ਸ਼ੁਰੂ ਵਿੱਚ ਮੈਂ ਆਖਿਆ ਸੀ, ਇੱਕ ਸਵਾਲ ਆਇਆ ਸੀ ਕਿ ਅਸੀਂ ਆਪਣੇ ਆਪ ਨੂੰ ਪਿਆਰ ਕਿਵੇਂ ਕਰੀਏ। ਹੁਣ ਥੋੜ੍ਹਾ ਜਿਹਾ ਧਿਆਨ ਆਪਾਂ ਉਹਦੇ ਵੱਲ ਦੇ ਲਈਏ। 5 ਕੁ ਮਿੰਟ ਅਜੇ ਬਾਕੀ ਨੇ। ਆਪਣੇ ਆਪ ਨੂੰ ਅਸੀਂ ਪਿਆਰ ਕਿਵੇਂ ਕਰਨਾ ਹੈ ਜੀ? ਗੁਰਬਾਣੀ ਵਿੱਚ ਨਾ ਇੱਕ ਬਚਨ ਹੈ 5ਵੇਂ ਪਾਤਸ਼ਾਹ ਮਹਾਰਾਜ ਜੀ ਦਾ। ਲਿਖਦੇ ਨੇ ਸਤਿਗੁਰੂ, ਘਟ ਵਸਹਿ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ, ਤਿਸ ਦੇਹੀ ਕੋ ਪਾਲ। ਇਹ ਹੈ ਗੁਰੂ ਨਾਨਕ ਯਾਨੀ ਗੁਰੂ 5ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਕਿ ਭਾਈ ਇਸ ਸਰੀਰ ਦੀ ਸੰਭਾਲ ਕਰੋ। ਪਾਲਣ ਤੋਂ ਭਾਵ ਹੈ ਸੰਭਾਲ ਕਰਨਾ। ਇਸ ਸਰੀਰ ਦੀ ਸੇਵਾ ਸੰਭਾਲ ਕਰੋ। ਮੈਂ ਜੇ ਆਪਣੀ ਗੱਲ ਕਰਾਂ, ਸਮਝ ਨਹੀਂ ਆਈ, ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਤੇ ਬੜਾ ਕੀਮਤੀ ਸਮਾਂ ਇਸ ਸਰੀਰ ਦੀ ਸੰਭਾਲ ਨਾ ਕਰਕੇ ਗਵਾਇਆ, ਜਿਹੜਾ ਹੁਣ ਹੱਥ ਕਦੇ ਨਹੀਂ ਆਉਣਾ। ਕਿਉਂਕਿ ਬੀਤਿਆ ਜੀ ਕਦੀ ਅੱਗੇ ਨਹੀਂ ਆਉਂਦਾ ਹੁੰਦਾ। ਬੀਤੇ ਤੋਂ ਸਿਰਫ ਸਿੱਖਿਆ ਹੀ ਲੈ ਸਕਦੇ ਹਾਂ ਆਪਾਂ, ਤੇ ਉਹ ਆਪਾਂ ਨੂੰ ਲੈਣੀ ਚਾਹੀਦੀ, ਮੈਨੂੰ ਵੀ, ਤੁਹਾਨੂੰ ਵੀ, ਸਾਨੂੰ ਸਭਨਾਂ ਨੂੰ। ਤਿਸ ਦੇਹੀ ਕੋ ਪਾਲ, ਜਿਸ ਦੇਹੀ ਦੀ ਰਾਹੀਂ ਤੂੰ ਗੁਰੂ ਨਾਲ ਜੁੜ ਸਕਦਾ ਹੈ, ਜਿਸ ਦੇਹੀ ਦੀ ਰਾਹੀਂ ਗੁਰੂ ਤੋਂ ਸਿੱਖਿਆ ਲੈ ਕੇ ਤੂੰ ਰੱਬ ਨਾਲ ਜੁੜ ਸਕਦਾ ਹੈ, ਜਿਸ ਦੇਹੀ ਦੀ ਰਾਹੀਂ ਤੂੰ ਮਹਿਸੂਸ ਕਰ ਸਕਦਾ ਹੈ ਕਿ ਮੈਂ ਆਪਣੇ ਅਸਲੇ ਤੋਂ ਟੁੱਟਿਆ ਹੋਇਆ ਨਹੀਂ ਹਾਂ, ਉਸ ਦੇਹੀ ਦੀ ਸੰਭਾਲ ਜ਼ਰੂਰ ਕਰ। ਸੰਭਾਲ ਕਰਨੀ ਹੈ ਜੀ 2 ਤਰ੍ਹਾਂ ਨਾਲ। ਇੱਕ ਤਰ੍ਹਾਂ ਨਾਲ ਸਰੀਰਕ ਸੰਭਾਲ, ਤੇ ਦੂਸਰੀ ਤਰ੍ਹਾਂ ਨਾਲ ਇਹਦੀ ਸੂਖਸ਼ਮ ਸੰਭਾਲ। ਕਿਉਂਕਿ ਆਪਾਂ ਗੱਲ ਕਰਦੇ ਸਾਂ ਜੀ ਸ਼ੁੱਕਰਵਾਰ ਨਾ, ਵੀ ਆਪਣੇ 2 ਰੂਪ ਨੇ। ਉਂਝ ਤੇ ਆਪਾਂ ਬਹਿਰੂਪੀਏ ਹਾਂ, ਸਾਡਾ ਹਰ ਛਿਨ ਹਰ ਪਲ ਕੋਈ ਨਾ ਕੋਈ ਰੂਪ ਬਦਲ ਜਾਂਦਾ ਹੈ। ਘੜੀ ਮੁੜੀ ਅਸੀਂ ਰੂਪ ਵਟਾ ਲੈਂਦੇ ਹਾਂ, ਕਦੀ ਗੁੱਸੇ ਵਾਲਾ, ਕਦੀ ਪਿਆਰ ਵਾਲਾ, ਕਦੀ ਨਫ਼ਰਤ ਆਉਂਦੀ ਹੈ, ਕਦੀ ਅਸੀਂ ਜੈਲਸ ਹੁੰਦੇ ਹਾਂ ਕਿਸੇ ਤੋਂ, ਬੜੇ ਦੁਖੀ ਹੁੰਦੇ ਹਾਂ ਕਿਸੇ ਤੋਂ ਕਿ ਉਹਦਾ ਕੰਮ ਕਿਉਂ ਚੱਲ ਪਿਆ। ਇਹ ਸਾਡਾ ਬਹਿਰੂਪੀਆਪਨ ਹੈ ਜੀ ਇਹ। ਲੇਕਿਨ ਮੂਲ ਰੂਪ ਸਾਡੇ 2 ਸਰੂਪ ਨੇ। ਇੱਕ ਸਾਡਾ ਸਰੂਪ ਹੈ ਨਿਰਗੁਣ, ਇੱਕ ਸਾਡਾ ਸਰੂਪ ਹੈ ਸਰਗੁਣ। ਸਰਗੁਣ ਇਹ ਸਰੀਰ ਹੈ ਤੇ ਨਿਰਗੁਣ ਇਹਦੇ ਅੰਦਰ ਆਤਮਾ ਹੈ। ਸਰਗੁਣ ਦੀ ਸੰਭਾਲ ਕਰਨੀ, ਅੰਮ੍ਰਿਤ ਵੇਲੇ ਸਾਨੂੰ ਉੱਠਣਾ ਚਾਹੀਦਾ ਹੈ। ਮੈਂ ਇੱਕ ਦਿਨ ਤੁਹਾਡੇ ਨਾਲ ਬਚਨ ਕੀਤਾ ਸੀ ਕਿ ਸਾਨੂੰ ਸੂਰਜ ਕਦੇ ਨਾ ਉਠਾਵੇ, ਅਸੀਂ ਸੂਰਜ ਨੂੰ ਉਠਾਈਏ। ਜਿਸ ਦਾ ਮਤਲਬ ਕੀ ਹੋਇਆ ਕਿ ਸੂਰਜ ਨਿਕਲਣ ਤੋਂ ਪਹਿਲਾਂ ਸਾਨੂੰ ਉੱਠ ਜਾਣਾ ਚਾਹੀਦਾ ਹੈ। ਸੂਰਜ ਸਾਨੂੰ ਕਦੇ ਨਾ ਉਠਾਵੇ,
ਅਸੀਂ ਸੂਰਜ ਨੂੰ ਉਠਾਈਏ। ਅੰਮ੍ਰਿਤ ਵੇਲੇ ਉੱਠਣਾ, ਸਰੀਰ ਦੀ ਸਫਾਈ ਕਰਨਾ, ਇਸ਼ਨਾਨ ਪਾਣੀ ਕਰਨਾ, ਦਾਤਨ ਕੁਰਲਾ ਕਰਨਾ, ਇਹ ਸਰੀਰ ਦੀ ਸੇਵਾ ਸੰਭਾਲੇ। ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਸਰੀਰਕ ਤੰਦਰੁਸਤੀ ਮਿਲਦੀ ਏ। ਫਿਰ ਖਾਣ ਪੀਣ ਦਾ ਪਰਹੇਜ਼ ਸਰੀਰ ਦੇ ਤਲ ਤੇ, ਉਹ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲੋਂ ਵਧੇਰੇ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਕਿਹੜੀਆਂ ਚੀਜ਼ਾਂ ਸਾਡੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ। ਉਹ ਤੁਹਾਨੂੰ ਸਭ ਪਤਾ ਹੈ। ਮੈਂ ਕੋਈ ਡਾਕਟਰ ਨਹੀਂ ਆ ਕਿ ਮੈਂ ਦੱਸਾਂ। ਸੋ ਜੇ ਲੋੜ ਹੋਵੇ ਤੇ ਕਿਸੇ ਡਾਕਟਰ ਨੂੰ ਪੁੱਛ ਲੈਣਾ ਕਿ ਮੈਨੂੰ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ। ਸੋ ਇਹ ਤੇ ਹੈ ਸਰੀਰਕ ਤਲ ਤੇ ਅਸੀਂ ਇਸ ਦੇਹ ਦੀ ਸੰਭਾਲ ਕਰਨੀ ਹੈ, ਜੇ ਇਸ ਨੂੰ ਪਿਆਰ ਕਰਦੇ ਹਾਂ ਤਾਂ। ਆਤਮਿਕ ਤੌਰ ਤੇ ਕੀ ਕਰਨਾ ਹੈ? ਆਤਮਿਕ ਤੌਰ ਤੇ ਜਿਹੜੇ ਲੋਕ ਇਸ ਦੇਹੀ ਨੂੰ ਪਿਆਰ ਕਰਨਾ ਲੋੜਦੇ ਨੇ, ਪਿਆਰ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਅੱਜ ਇਹ ਸਮਝ ਆ ਜਾਏ ਕਿ ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਜਿਸ ਦੇਹ ਵਿੱਚ ਰਹਿੰਦਿਆਂ ਹੋਇਆਂ ਹੀ ਮੈਂ ਆਪਣੇ ਪਰਮਾਤਮਾ ਨੂੰ ਆਪਣੇ ਇਸ ਹਿਰਦੇ ਅੰਦਰ ਵਸਾ ਸਕਦਾ ਹਾਂ, ਜਿਸ ਦੇਹ ਦੇ ਕਾਰਨ ਹੀ ਮੈਂ ਇਸ ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰ ਸਕਦਾ ਹਾਂ। ਨਾਨਕ ਸੋ ਪ੍ਰਭ ਸਿਮਰੀਐ, ਜਿਸ ਦੇਹ ਦੇ ਕਾਰਨ ਹੀ ਮੈਂ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਸਕਦਾ ਹਾਂ। ਤਿਸ ਦੇਹੀ ਕੋ ਪਾਲ, ਉਸ ਦੀ ਸੰਭਾਲ ਕਰ। ਸੰਭਾਲ ਕਰੋ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਕੁ ਸਮਾਂ ਤੁਹਾਡੇ ਕੋਲ ਹੋਵੇ ਪ੍ਰਭੂ ਦੀ ਯਾਦ ਵਿੱਚ ਜ਼ਰੂਰ ਜੁੜੋ। ਸਾਰਾ ਦਿਨ ਕਦੀ ਕੁਛ ਮਾੜਾ ਨਾ ਕਰੀਏ, ਮੈਂ ਵੀ ਤੁਸੀਂ ਵੀ। ਹੋ ਸਕੇ ਤੇ ਕੁਛ ਚੰਗਾ ਕਰਮ ਕਮਾਈਏ। ਸ਼ਾਮ ਨੂੰ ਬੈਠੀਏ, ਫਿਰ ਮਾਲਕ ਦੀ ਯਾਦ ਵਿੱਚ ਜੁੜੀਏ। ਰਾਤ ਉਹਦੀ ਯਾਦ ਵਿੱਚ ਬਤੀਤ ਹੋਵੇ। ਸੋਹਿਲਾ ਸਾਹਿਬ ਪੜ੍ਹ ਕੇ ਸੋਇਆ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਮਾਲਕ ਦੀ ਯਾਦ ਰਾਤ ਨੂੰ ਸਹਿ ਸੁਭਾਏ ਬਣੀ ਰਹਿੰਦੀ ਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਦੇਹ ਨੂੰ ਪਿਆਰ ਕਰਨਾ ਸ਼ੁਰੂ ਕਰਾਂਗੇ। ਸੋ ਦੋ ਤਰੀਕਿਆਂ ਨਾਲ ਪਿਆਰ ਕਰਨਾ ਹੈ। ਬਾਹਰੀ ਤੌਰ ਤੇ ਖਾਣ ਪੀਣ ਦਾ, ਸਫਾਈ ਆਦਿਕ ਦਾ ਧਿਆਨ ਰੱਖਣਾ, ਕ੍ਰੋਧ ਨਾ ਆਉਣ ਦੇਣਾ, ਲਾਲਚ ਆਦਿਕ ਨਾ ਕਰਨਾ। ਇਹ ਸਾਨੂੰ ਸਾਡੇ ਮਨ ਅਤੇ ਤਨ ਦੋਹਾਂ ਨੂੰ ਖਰਾਬ ਕਰਦੀਆਂ ਨੇ ਚੀਜ਼ਾਂ। ਤੇ ਆਤਮਿਕ ਤੌਰ ਤੇ ਪ੍ਰਭੂ ਦੀ ਭਗਤੀ ਵਿੱਚ ਜੁੜਨਾ। ਸੋ ਭਾਈ ਜਿਹੜੇ ਜਿਹੜੇ ਗੁਰਮੁਖ ਪਿਆਰੇ ਇਸ ਦੇਹੀ ਨੂੰ ਪਿਆਰ ਕਰਨਾ ਚਾਹੁੰਦੇ ਨੇ, ਉਹ ਇਹ ਦੋ ਚੀਜ਼ਾਂ ਦਾ ਧਿਆਨ ਰੱਖਣਾ। ਜੇ ਆਪਾਂ ਇਹ ਦੋ ਚੀਜ਼ਾਂ ਕਰ ਪਾਏ ਤੇ ਅਸੀਂ ਦੇਹੀ ਨੂੰ ਪਿਆਰ ਕਰਦੇ ਹੋਵਾਂਗੇ। ਜਿਹੜੇ ਜਿਹੜੇ ਸੱਜਣ ਦੇਹੀ ਨੂੰ ਪਿਆਰ ਕਰਨਗੇ, ਉਹ ਜ਼ਰੂਰ ਗੁਰੂ ਨੂੰ ਵੀ ਪਿਆਰ ਕਰਨਗੇ ਤੇ ਉਹਨਾਂ ਦਾ ਪਿਆਰ ਪਰਮਾਤਮਾ ਨਾਲ ਵੀ ਜ਼ਰੂਰ ਬਣ ਜਾਏਗਾ। ਸੋ ਆਪਾਂ ਨਾ ਜੀ 21 ਨਵੰਬਰ ਤੱਕ ਲਗਾਤਾਰ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਯਾਦ ਵਿੱਚ ਜੁੜਨ ਦਾ ਉਪਰਾਲਾ ਕੀਤਾ ਤੇ ਆਪਾਂ ਕਰਦੇ ਰਹਿਣਾ। ਆਪ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ, ਜ਼ਰੂਰ ਪਹੁੰਚਿਆ ਕਰੋ। ਆਪਾਂ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਜਿਹੜੇ ਸਿਧਾਂਤ ਨੇ ਜਪ ਦੇ ਅੰਦਰ, ਉਹਨਾਂ ਨੂੰ ਸਮਝਣਾ ਹੈ। ਸੋ ਅਗਲੀ ਕਥਾ ਜਿਹੜੀ ਸ਼ੁੱਕਰਵਾਰ ਨੂੰ ਆਪਾਂ ਕਰਾਂਗੇ, ਉਹਦੇ ਵਿੱਚ ਆਪਾਂ ਹੁਕਮ ਕੀ ਏ, ਇਹ ਤੇ ਨਹੀਂ ਕਹਿ ਪਾਵਾਂਗੇ ਹੁਕਮ ਕੀ ਏ, ਲੇਕਿਨ ਕਿਵੇਂ ਵਰਤਦਾ ਹੈ ਉਸ ਨੂੰ ਕੁਝ ਨਾ ਕੁਝ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਯਾਨੀ ਅਗਲਾ ਟੌਪਿਕ ਆਪਣਾ ਹੁਕਮ ਤੇ ਹੋਏਗਾ। ਆਪ ਸਾਰੇ ਸਮੇਂ ਨਾਲ ਪਹੁੰਚਣਾ। ਤੇ ਅੱਜ ਦੀ ਵਿਚਾਰ ਕਰਦਿਆਂ ਮੇਰੇ ਪਾਸੋਂ ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।